सोहेला राग गौड़ी दीपकी महला पहला। एक ओंकार सतगुरु प्रसाद। जयकार कीर्ति आखी है करते का होए विचारो। जयकार कीर्ति आखी है 16 आ गया। हुण ਜਿਹੜੇ ਘਰ ਦੇ ਵਿੱਚ ਬੈਠ ਕੇ ਕੀਰਤੀ ਕਰੀਦੀ ਹੈ, ਕੀਰਤੀ ਕਿੱਥੇ ਹੁੰਦੀ ਹੈ? ਕੀਰਤੀ ਗੁਰਦੁਆਰੇ 'ਚ ਬੈਠ ਕੇ ਹੁੰਦੀ ਹੈ। ਕੀਰਤੀ ਜਦ ਹੁੰਦੀ ਹੈ, ਕੀਰਤੀ ਹੁੰਦੀ ਹੈ ਉਸਤਤੀ। ਤੁਮਰੀ ਉਸਤਤ ਤੁਮ ਤੇ ਹੋਏ, ਪਹਿਲੀ ਤਾਂ ਗੱਲ ਇਹ। ਤੇਰੀ ਉਸਤਤ ਤੇ ਤੋਂ ਹੀ ਹੋ ਸਕਦੀ ਹੈ। या जो बुलावो तो नानक दास बोला, ਜਿਹੜਾ ਬੁਲਾਊਗਾ ਟੀਚਰ ਉਹਦੇ ਕੋਲੇ ਜਾਣਾ ਪਊਗਾ। ਜਿੱਥੇ ਟੀਚਰ ਹੈ ਜਿੱਥੇ ਗੁਰੂ ਹੈ ਗੁਰਦੁਆਰਾ ਦੇ ਵਿੱਚ, ਉੱਥੇ ਜਾ ਕੇ ਬੈਠਿਆ ਤਾਂ ਉਹਨੇ ਬੁਲਾਇਆ ਤਾਂ ਬੋਲੇ। ਗੁਰੂ ਘਰ 'ਚ ਬੈਠ ਕੇ ਹੁੰਦੀ ਹੈ ਇਹ ਗੱਲ, ਬਾਣੀ ਉਚਾਰਨ ਉਹੀ ਗੁਰਦੁਆਰਾ ਹੈ। ਉਹ ਗੁਰੂ ਘਰ ਸਾਡੇ ਅੰਦਰ ਹੈ। ਜਿਹੜਾ ਹਿਰਦਾ ਸਾਫ਼ ਹੈ, ਪਾਕ ਹੈ ਨਾ, ਪਾਕ ਪਵਿੱਤ, ਉਹ ਰੂਹ ਗੁਰਦੁਆਰਾ ਕਹਿੰਦੇ ਨੇ। ਜਿਹੜਾ ਹਿਰਦਾ ਪਾਕ ਪਵਿੱਤ ਹੈ ਉਹ ਗੁਰਦੁਆਰਾ ਕਹਿੰਦੇ ਨੇ। ਉਹ ਫਿਰ ਢਹਿ ਨਹੀਂ ਸਕਦਾ, ਅਕਾਲ ਤਖਤ ਹੋ ਜਾਂਦਾ। ਉਹ ਤਖਤ ਨਹੀਂ, ਖਤਮ ਨਹੀਂ ਹੋ ਸਕਦਾ, ਹਮੇਸ਼ਾ ਵਾਸਤੇ ਤਖਤ ਹੋ ਜਾਂਦਾ। ਉਹਦਾ ਕਾਲ ਨਹੀਂ ਹੈ ਉਹਦਾ। ਇਹ ਹਿਰਦਾ ਫੁੱਟਦਾ ਹਰ ਵਾਰ। ਕਬੀਰ ਕਹਿੰਦਾ ਫੂਟ ਮਰੇ ਗੁਮਾਨੀ। ਗੁਮਾਨੀਆਂ ਦਾ ਹਿਰਦਾ ਫੁੱਟਦਾ ਹੈ, ਫੁੱਟ ਜਾਂਦਾ। ਘੱਟ ਫੁੱਟੇ ਘੱਟ ਕਾਬੂ ਨਾ ਹੋਏ, ਇਹ ਘੱਟ ਫੁੱਟਦਾ ਹੈ। ਪਰ ਜਦ ਇਹ ਗੁਰਦੁਆਰੋਂ ਬਣ ਜਾਂਦਾ ਫਿਰ ਨਹੀਂ ਫੁੱਟਦਾ, ਫਿਰ ਮਹਿਲ ਬਣ ਜਾਂਦਾ। ਇੰਨਾ ਫਰਕ ਹੈ। ਜਦੋਂ ਇੱਥੇ ਬੈਠ ਕੇ ਕੀਰਤੀ ਹੋ ਜਾਂਦੀ ਹੈ ਨਾ, ਕੀਰਤੀ ਹਿਰਦੇ 'ਚ, ਫਿਰ ਨਹੀਂ ਫੁੱਟਦਾ। ਕੀਰਤੀ ਆਖੀ ਹੈ ਕਰਤੇ ਕਾ ਹੋਏ ਵਿਚਾਰੂ। ਜਦੋਂ ਇੱਥੇ ਬੈਠ ਕੇ ਕੀਰਤੀ ਹੋ ਜਾਂਦੀ ਹੈ, ਚਾਹੇ ਇੱਕ ਸ਼ਬਦ ਦੀ ਕੀਰਤੀ ਹੋ ਜਾਵੇ ਹਿਰਦੇ 'ਚ, ਫਿਰ ਇਹ ਹਿਰਦਾ ਨਹੀਂ ਫੁੱਟਦਾ, ਹਮੇਸ਼ਾ ਵਾਸਤੇ ਮਹਿਲ ਬਣ ਜਾਂਦਾ। ਉਹੀ ਹੈ ਮਹਿਲ, ਹੈ ਮਹੱਲਾ ਬਣਦਾ, ਫਿਰ ਇਹ ਮਹਿਲ ਬਣ ਜਾਂਦਾ, ਫਿਰ ਨਹੀਂ ਫੁੱਟਦਾ ਹੈ, ਫਿਰ ਹਮੇਸ਼ਾ ਵਾਸਤੇ ਪੱਕ ਜਾਂਦਾ ਹੈ। ਜਦ ਇੱਥੋਂ ਪੱਕੀ ਬਾਣੀ ਨਿਕਲਦੀ ਹੈ ਨਾ, ਪੱਕੀ ਬਾਣੀ ਨਿਰਾਕਾਰ ਦੀ ਸਹੀ ਵਿਆਖਿਆ ਜਦ ਇੱਥੋਂ ਨਿਕਲਦੀ ਹੈ ਨਾ, ਬਸ ਫਿਰ ਪੱਕਾ ਹੋ ਜਾਂਦਾ। ਫਿਰ ਨਹੀਂ ਢਹਿੰਦਾ ਹੈ ਘਰ। ਨਹੀਂ ਘਰ ਬਣਦੇ ਰਹੇ, ਢਹਿੰਦੇ ਰਹੇ। ਐਸੇ ਗ੍ਰਹਿ ਬਹੁਤ ਵਸਾਏ, ਜਮਾ ਬਰਾਮ ਗਰਮ ਹੋਇਆ ਹੈ। ਕਰਤੇ ਕਾ ਹੋਏ ਵਿਚਾਰੋ। ਕਰਤੇ ਕਾ ਵਿਚਾਰ ਹੁੰਦਾ, ਜਿੱਥੇ ਕਿਰਤ ਦਾ ਵਿਚਾਰ ਨਹੀਂ ਹੁੰਦਾ। ਜੈ ਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ। ਕਰਤੇ ਬਾਰੇ ਜੋ ਵਿਚਾਰ ਹੈ ਉਹੀ ਕੀਰਤੀ ਹੈ, ਉਹਦੀ ਵਡਿਆਈ ਹੈ। ਵੱਡੇ ਕੀਆਂ ਵੱਡਾ ਕੌਣ? ਇਹ ਤਾਂ ਜੀਵ ਤੇ ਛੋਟਾ ਹੈ ਹਮੇਸ਼ਾ ਹੀ। ਜਿਹਨੇ ਜਨਮ ਲਿਆ ਛੋਟਾ, ਜਨਮ ਲਿਆ ਨਾ ਕਿਸੇ ਦੇ ਸਾਹਮਣੇ ਲਿਆ ਨਾ ਜਨਮ। ਜੇ ਸਾਹਮਣੇ ਲਿਆ ਉਹ ਤਾਂ ਜਿਹੜੇ ਪਹਿਲੇ ਤਾਂ ਛੋਟਾ ਹੀ ਹੈ। ਫਿਰ ਜਿਹੜਾ ਸਾਡੇ ਸਾਹਮਣੇ ਜਨਮ ਨੂੰ ਸਾਡਾ ਛੋਟਾ ਹੀ ਹੋਇਆ ਨਾ। ਇਹੀ ਆਪਾਂ ਕਹਿੰਦੇ ਹਾਂ ਵੱਡਾ ਛੋਟਾ। ਵੱਡਾ ਭਾਈ ਛੋਟਾ ਭਾਈ ਕੌਣ? ਜਿਹੜਾ ਬਾਅਦ 'ਚ ਜੰਮਿਆ ਛੋਟਾ ਹੈ, ਜਿਹੜਾ ਪਹਿਲਾਂ ਜੰਮਿਆ ਵੱਡਾ। ਜਿਹਨੇ ਜਨਮ ਲਿਆ ਛੋਟਾ ਬਸ। ਜਿਹੜਾ ਕਦੇ ਜੰਮਦਾ ਮਰਦਾ ਨਹੀਂ ਉਹ ਵੱਡਾ। ਜਿਹੜਾ ਜੰਮਣ ਮਰਨ ਦੇ ਵਿੱਚ ਨਹੀਂ ਹੈ ਅੱਜ, ਉਹ ਵੱਡਾ। ਹਾਂਜੀ, ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਮਰਿਓ ਸਿਰਜਣਹਾਰੋ। ਸਿਮਰਿਓ ਸਿਰਜਣਹਾਰੋ। ਇਹ ਜੇ ਗੁਣ ਗਾਇਨ ਵੀ ਕਰਨਾ ਨਾ, ਬਾਣੀ ਦਾ ਕੀਰਤਨ ਵੀ ਕਰਨਾ, ਇਹਨੂੰ ਗਾਉਣਾ ਵੀ ਹੈ, ਪੜ੍ਹਨਾ ਵੀ ਹੈ। ਬਾਅਦ 'ਚ ਬਾਣੀ ਨੂੰ ਉਸੇ ਘਰ 'ਚ ਬੈਠ ਕੇ ਪੜ੍ਹੀ ਜਾਵੇ, ਫਿਰ ਗੱਲ ਬਣਦੀ ਹੈ ਇਹਦੀ। ਜੇ ਉਸ ਘਰ ਤੇ ਬਿਨਾਂ ਪੜ੍ਹੇ ਫਿਰ ਇਹਦਾ ਕੋਈ ਅਸਰ ਨਹੀਂ ਹੈ। ਤਿਰਕੁਟੀ 'ਚ ਬੈਠ ਕੇ ਦਾ ਕੋਈ ਅਸਰ ਨਹੀਂ ਹੈ ਤੁਹਾਡੇ ਤੇ। ਹੁਣ ਜਿੱਥੇ ਜਿਹਨੇ ਬੈਠ ਕੇ ਉਚਾਰਨ ਕੀਤੀ ਹੈ, ਯਾਨੀ ਇੱਕ ਵਾਰ ਇੱਕ ਚਿੱਤ ਹੋਏ ਤੇ ਬਿਨਾਂ ਪੜ੍ਹੇ ਬਾਣੀ ਫੇਰ ਅਸਰ ਕਰਦੀ ਹੈ, ਵਰਨਾ ਕੋਈ ਅਸਰ ਨਹੀਂ ਕਰਦੀ। ਜਿੰਨਾ ਚਿਰ ਇੱਕ ਵਾਰ ਇੱਕ ਚਿੱਤ ਹੋ ਕੇ ਵਿਚਾਰ ਕਰੇ ਫੇਰ ਅਸਰ ਕਰਦੀ ਹੈ, ਵਰਨਾ ਅਸਰ ਕੋਈ ਨਹੀਂ ਕਰਦੀ। ਜੇ ਮਨ ਕਿਤੇ ਫਿਰਦਾ ਬਾਣੀ ਪੜ੍ਹ ਰਿਹਾ, ਫਿਰ ਇਹਨੇ ਅਸਰ ਕੀ ਕਰਨਾ?
ਨਾ ਇਹਦੀ ਸਮਝ ਆਵੇ ਨਾ ਇਹਦਾ ਅਸਰ ਹੋਵੇ। ਜੇ ਧਿਆਨ ਤਾਂ ਲੋਕਾਂ 'ਚ ਬੈਠੇ ਮੂਹਰੇ ਪਬਲਿਕ 'ਚ ਕੀਰਤਨ ਬਾਜੇ ਨਾਲ ਸ਼ਬਦ ਪੜ੍ਹ ਰਿਹਾ ਹੈ, ਕੀਰਤਨ ਤਾਂ ਨਹੀਂ ਕਹਿ ਸਕਦਾ ਉਹਨੂੰ ਮੈਂ, ਕੀਰਤਨ ਤਾਂ ਹੁੰਦਾ ਹੀ ਨਹੀਂ ਹੈ। ਕੀਰਤਨ ਤਾਂ ਵਿਚਾਰ ਕਰੋ। ਇਹਨਾਂ ਨੇ ਕੀਰਤਨ ਜਾਣ ਕੇ ਰੱਖ ਲੈਣਾ, ਕੀਰਤਨ ਨੂੰ ਵਡਿਆਈ ਦਿੱਤੀ ਹੈ ਬਾਣੀ 'ਚ। ਇਹਨਾਂ ਨੇ ਆ ਗੁਣ ਜਿਹੜਾ ਸ਼ਬਦ ਪੜ੍ਹਨੇ ਨੇ, ਸ਼ਬਦ ਚੌਕੀ ਦਾ ਨਾਂ ਕੀਰਤਨ ਰੱਖ ਲਿਆ। ਬੜੇ ਬੇਈਮਾਨ ਨੇ ਰਾਗੀ, ਜਾਣ ਕੇ ਨਾਂ ਰੱਖ ਲਿਆ। ਰੱਖਿਆ ਰਾੜੇ ਵਾਲੇ ਨੇ, ਰਾੜੇ ਵਾਲੇ ਤੋਂ ਸ਼ੁਰੂ ਹੋਇਆ। ਪਹਿਲਾਂ ਇਹਨੂੰ ਸ਼ਬਦ ਚੌਕੀ ਦੀ ਅਰਦਾਸ ਹੁਣ ਵੀ ਕਹਿੰਦੇ ਨੇ। ਕੀਰਤਨ ਹੋਰ ਚੀਜ਼ ਹੈ। ਕੀਰਤਨ ਵਾਲੇ ਦਾ ਇੱਕ ਸ਼ਬਦ ਹੀ ਹੈ ਕੀਰਤਨੀਆ ਜਿਹੜਾ ਹੈਗਾ, ਉਹਦਾ ਕਰ ਕਰ ਤਾਲ ਪਖਾਵਜ ਨਾਣਾ ਮਾਥੇ ਵੱਜੇ ਰਬਾਬਾ, ਉਹ ਹੈ ਕਰ ਕਰ ਤਾਲ। ਮਨ ਚਿੱਤ ਦੀ ਤਾਲ ਇੱਕ ਹੋਵੇ ਤਾਂ ਕੀਰਤਨ ਹੁੰਦਾ। ਕਰ ਨੇ ਦੋ, ਮਨ ਔਰ ਚਿੱਤ, ਕਰ ਕਰੀ ਤਾਲ। ਮਨ ਔਰ ਚਿੱਤ ਨੂੰ ਇੱਕ ਤਾਲ, ਇੱਕ ਸੁਰ ਕਰ ਇਹਨਾਂ ਨੂੰ। ਪਖਾਵਜ ਨਾਣਾ ਅੱਖਾਂ ਨਹੀਂ, ਅੰਦਰ ਲੈਣਾ, ਉਹਦਾ ਪੱਖਾ ਫਿਰੇ। ਮਾਥੇ ਵੱਜੇ ਰਬਾਬਾ, ਫੇਰ ਉਹਦੇ ਚੋਂ ਰਬਾਬ, ਫੇਰ ਉਹ ਜੋ ਆਪੇ ਹੀ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾ ਬਣਾਈਆਂ। ਰਾਗ ਤਾਂ ਆਪੇ ਹੀ ਫੁੱਟ ਪੈਂਦਾ ਮੱਥੇ ਚੋਂ, ਰਾਗ ਆਪੇ ਹੀ ਫੁੱਟ ਪੈਂਦਾ ਹੈ। ਰਾਗ ਜ਼ਿਕਰ ਦੀ ਲੋੜ ਨਹੀਂ ਹੈ, ਰਾਗ ਆਪੇ ਹੀ ਆ ਜਾਂਦਾ ਹੈ। ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾ ਬਣਾਈਆਂ, ਇਹ ਹੈ ਕੀਰਤਨੀਆ। ਕੀਰਤਨੀਆ ਉਹ ਅਸੀਂ ਜਿਨ੍ਹਾਂ ਨੇ ਬਾਣੀ ਲਿਖੀ ਹੈ, ਇਹ ਕੀਰਤਨੀਆ ਨੇ। ਉਹ ਹੈ ਕੀਰਤਨ ਜਿਹਨਾਂ ਨੇ ਬਾਣੀ ਲਿਖੀ ਆ, ਉਹ ਕੀਰਤਨੀਏ ਨੇ। ਇਹ ਕੌਣ ਨੇ? ਇਹਨੇ ਰਾਗੀ। ਕੋਈ ਗਾਵੇ ਰਾਗੀ ਨਾਦੀ ਬੇਦੀ ਉਹ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜੇ। ਰਾਗੀ ਨੇ, ਰਾਗੀ ਕੀਰਤਨੀਏ ਬਣ ਗਏ। ਇਹ ਤਾਂ ਬਲੈਕਮੇਲਰ ਨੇ। ਰਾਗੀ ਕਿਉਂ ਨਹੀਂ ਕਹਾਇਆ, ਕੀਰਤਨੀਏ ਕਿਉਂ ਕਹੇ ਨੇ? ਰਾਗੀ ਤਾਂ ਕਹਾਉਂਦੇ ਨੇ, ਪਰ ਕੀਰਤਨੀਏ ਕਿਉਂ ਨਾਲ ਕਹਿੰਦੇ ਨੇ ਆਪਣੇ ਆਪ ਨੂੰ? ਕੀਰਤਨੀਆਂ ਦੇ ਫਿਰ ਉਹਨਾਂ ਦੀ ਬਰਾਬਰੀ ਕਰਦੇ ਨੇ, ਫਿਰ ਗੁਰੂਆਂ ਦੀ। ਕੀਰਤਨੀਆਂ ਕਹਿ ਕੇ ਉਹਨਾਂ ਦੀ ਬਰਾਬਰੀ ਕਰਦੇ ਨੇ ਭਗਤਾਂ ਦੀ। ਇਹ ਤਿਤਕਾਰ ਗਾਵੋ ਬੱਬੇ ਜੀ ਨੇ ਮਾਇਆ ਖਾਤਰ ਧੰਦਾ ਬਣਾਇਆ ਤੁਹਾਡਾ, ਕਹਿੰਦੇ ਅਸੀਂ ਕੀਰਤਨੀ ਧੰਦਾ। ਹਾਂਜੀ, ਤਿਤਕਾਰ ਗਾਵੋ ਸੋਹਿਲਾ, ਤਿਤਕਾਰ ਗਾਵੋ ਸੋਹਿਲਾ, ਉਸੇ ਘਰ ਬੈਠ ਕੇ ਗਾਵੋ। ਗਾਵੋ ਲਿਖਿਆ ਹੋਇਆ। ਜੇ ਉਸ ਘਰ ਬੈਠ ਕੇ ਦੇਖੋ, ਜੇ ਉਸ ਘਰ ਬੈਠਾ ਕੇ ਗਾਵਾਂਗੇ ਤਾਂ ਗਾਇਨ ਹੈ। ਜੇ ਉਸ ਘਰ ਨਹੀਂ ਬੈਠ ਕੇ ਗਾਵਾਂਗੇ ਫਿਰ ਪੜ੍ਹਨਾ। ਪੜ੍ਹਨ ਨਾਲ ਗਾਉਣ 'ਚ ਫਰਕ ਹੈ। ਪੜ੍ਹ ਗੱਡੀ ਲੱਦੀਏ। ਜੇ ਤਾਂ ਐਸ ਪੋਜੀਸ਼ਨ 'ਚ ਜਿਹੜੀ ਦੱਸੀ ਹੈ ਪੜਾਂਗੇ, ਫਿਰ ਤਾਂ ਗਾਉਣਾ ਬਣ ਜੂ। ਇਹ ਪੜ੍ਹਨਾ ਨਹੀਂ। ਜੇ ਗਾਉਣਾ ਤਾਂ ਇਸ ਘਰ ਬੈਠ ਕੇ ਗਾਓ, ਲੋੜ ਨਹੀਂ ਹੈ ਕਿਸੇ ਚੀਜ਼ ਦੀ। ਢੋਲਕੀ ਕਿਸੇ ਚੀਜ਼ ਦੀ ਲੋੜ ਨਹੀਂ, ਬਾਜੇ ਦੀ ਲੋੜ ਨਹੀਂ ਹੈ। ਸਮਝਿਆ ਨਹੀਂ? ਕਿਸੇ ਸਾਜ਼ ਦੀ ਲੋੜ ਨਹੀਂ ਹੈ ਬਿਲਕੁਲ ਵੀ। ਤਿਤ ਕਰ ਗਾਵੋ ਸੋਹਿਲਾ, ਇਸ ਘਰ ਗਾਇਆ ਜਾਊਗਾ। ਜੇ ਇਸ ਘਰ ਦੇ ਬਿਨਾਂ ਤੁਸੀਂ ਗਾਉਨੇ ਹੋ ਫਿਰ ਪੜਿਆ ਹੋਇਆ, ਉਹਨੂੰ ਪੜ੍ਹਨਾ ਕਹਿੰਦੇ ਨੇ। ਪੜ੍ਹ ਗੱਡੀ ਲੱਦੀ ਹੈ, ਉਹ ਪੜ੍ਹਨਾ ਹੀ। ਸਿਮਰਿਓ ਸਿਰਜਣਹਾਰੋ, ਉਹ ਪੜ੍ਹਨਾ। ਫਿਰ ਮਨ ਕਿਤੇ ਫਿਰਦਾ, ਉਹ ਪੜ੍ਹਨਾ। ਪੜ੍ਹਨ ਵਾਲੇ ਦਾ ਮਨ ਇੱਕ ਥਾਂ ਨਹੀਂ ਹੁੰਦਾ। ਜ਼ਰੂਰੀ ਨਹੀਂ ਮਨ ਉਹਦਾ ਹੋਵੇ ਇੱਕ ਥਾਂ। ਉਹਨੂੰ ਪਤਾ ਵੀ ਨਹੀਂ ਲੱਗਦਾ। ਕਈ ਵਾਰ ਮੈਂ ਪੜ੍ਹ ਗਿਆ, ਪਾਠ ਕਰਦਿਆਂ ਨੂੰ ਪਤਾ ਨਹੀਂ ਹੁੰਦਾ ਕੀ ਪੜ੍ਹ ਰਹੇ ਹੋ। ਉਹ ਬੋਲ ਰਿਹਾ, ਧਿਆਨ ਕਿਤੇ ਹੋਰ ਹੈ। ਉਹਨੂੰ ਪੜ੍ਹਨ ਔਰ ਦੋਹਾਂ ਦੇ ਵਿੱਚ ਗਾਉਣ 'ਚ ਇਹ ਫਰਕ ਹੈ। ਤਿਤ ਕਰ ਗਾਵੋ ਸੋਹਿਲਾ, ਉਸ ਘਰ ਗਾਇਓ। ਇਹਨੂੰ ਬਾਣੀ ਨੂੰ ਹੋਰ ਕਿਤੇ ਗਾਓਗੇ, ਉਹਦਾ ਫਰਕ ਇੱਕ ਕੌਡੀ ਜਿਹਾ ਫੜ ਲਈ ਹੈ। ਸਿਮਰਿਓ ਸਿਰਜਣਹਾਰੋ, ਸਿਮਰੋ ਸਿਰਜਣਹਾਰੋ। ਔਰ ਸਿਰਜਣਹਾਰ ਨੂੰ, ਸਿਰਜਣਹਾਰ ਕੌਣ ਹੈ? ਸਿਰਜਣਹਾਰ ਹੁਕਮ ਹੈ। ਸਾਰੀ ਸ੍ਰਿਸ਼ਟੀ ਜਿਹਨੇ ਸਿਰਜੀ ਹੈ, ਚੰਦ ਸੂਰਜ ਬਣਾਏ ਨੇ, ਉਹਦਾ ਸਿਮਰਨ ਕਰਿਓ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਧਿਆਨ ਉਹ 'ਚ ਰੱਖਿਓ। ਧਿਆਨ ਸਿਰਜਣਹਾਰ ਦੀ ਇੱਕ ਵਡਿਆਈ ਹੈ। ਇਹ ਮਤਲਬ ਹੈ ਸਿਰਜਣਹਾਰ ਬਾਰੇ ਹੀ ਹੈ ਸਭ ਕੁਛ। ਇਹ ਵਡਿਆਈ ਉਹਦੀ ਹੈ। ਧਿਆਨ ਉਹ 'ਚ ਰੱਖੋ ਵੀ ਸਿਰਜਣਹਾਰ ਨੂੰ ਹਰੇ ਗੱਲ ਕਹੀ ਹੋਈ ਹੈ। ਜੇ ਸਿਰਜਣਹਾਰ ਨੂੰ ਗੱਲ ਕਹੀ ਹੋਈ ਹੈ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਦ ਕਹੀ ਉਹ ਵੀ ਸਿਰਜਣਹਾਰ ਨੂੰ ਕਹੀ ਹੋਈ ਹੈ। ਸਭ ਤੋਂ ਵੱਡਾ
ਸਤਿਗੁਰੂ ਨਾਨਕ ਤਾਂ ਕਹਿ ਰਿਹਾ ਸਭ ਤੋਂ ਵੱਡਾ ਸਿਰਜਣਹਾਰ ਹੈ। ਨਾਨਕ ਦੇ ਵੱਡਾ ਤਾਂ ਨਾਨਕ ਦਾ ਪਿਓ ਸੀਗਾ। ਨਾਨਕ ਦੇ ਵੱਡੀ ਤੇ ਬੀਬੀ ਨਾਨਕੀ ਸੀ, ਉਹ ਵੀ ਵੱਡੀ ਸੀ, ਉਮਰ 'ਚ ਵੱਡੀ ਨਹੀਂ ਸੀ। ਤੁਸੀਂ ਕਿਵੇਂ ਕਹਿੰਦੇ ਵੱਡਾ ਸੀ? ਉਹ ਨਾਨਕੀ ਵੱਡੀ ਸੀ, ਉਦੋਂ ਮਾਂ ਵੱਡੀ ਸੀ, ਪਿਓ ਵੱਡਾ ਸੀ, ਦਾਦਾ ਵੱਡਾ ਸੀ। ਇਹ ਤਾਂ ਮਹਾਂ ਝੂਠੇ ਆਦਮੀ ਨੇ, ਬਿਲਕੁਲ ਪਾਗਲ। ਕਾਗਜ਼ ਦੇਖ ਲਓ, ਰਿਕਾਰਡ ਦੇਖ ਲਓ, ਵੱਡੇ ਕਿਵੇਂ ਨਹੀਂ ਸੀ। ਜਿਹੜਾ ਪਹਿਲਾਂ ਜਿਵੇਂ ਵੱਡਾ ਹੁੰਦਾ ਹੀ ਹੈ। हाँ जी, तुम गावो मेरे निर्भाव का सोहेला। तुम गावो मेरे निर्भाव का सोहला। तुम गावो मेरे निर्भाव का सोहला। मेरा निर्भाव है जड़ा ना, जिन्हों मैं जप के पै मुक्त हो गया, वो निर्भाव है। मेरा निर्भाव क्यों है? मेरा निर्भाव क्यों है? क्यों उन्होंने मैं जपया है। निर्भाव जपा है, सगल पाओ मिटाया। ता मैनू पता निर्भाव है मेरा, ਐਵੇਂ नहीं कह सकते। तुम गावो मेरे निर्भाव का सोहेला। मेरा भाव उन्हें खत्म किया। मेरा निर्भाव ता है, मेरा पै खत्म किया उन्हें। सोहला ओदा गावो। हाँ वारी जिन्हें मेरा भाव खत्म किया ओदा सोहला गावो। तुसी गावो ओदा सोहला जिन्हें मैनू पै मुक्त करता। हाँ वारी जित सोहेला सदा सुख होए। हाँ, एक गल जरूर है कि ये सोहले नाल, ये सोहले इस करके मैं कुर्बान हो गया, ਇਹਦੇ ਨਾਲ ਸਦਾ ਸੁਖ ਮਿਲਿਆ। ਮੈਨੂੰ ਤਾਂ ਮਿਲ ਗਿਆ ਨਾ ਸਦਾ ਸੁਖ। ਜਦ ਭਾਵ ਮੁਕਤ ਹੋ ਗਿਆ ਤਾਂ ਸਦਾ ਸੁਖ ਹੋ ਗਿਆ। ਪੈ ਚਲੀ ਗਈ, ਸਦਾ ਸੁਖ ਹੈ। ਭਰਮ ਗਿਆ ਭਾਵ ਭਾਗਾ, ਸਦਾ ਸੁਖ ਹੋ ਜਾਂਦਾ। ਇਹਦੇ ਨਾਲ ਸੋਹਲੇ ਨਾਲ ਸਦਾ ਸੁਖ ਹੋ ਜਾਂਦਾ। ਇਹ ਗੁਰਬਾਣੀ ਨਾਲ ਸਦਾ ਸੁਖ ਮਿਲਦਾ, ਐਂ ਕਹੋ। ਕੱਲੇ ਸੋਹਲੇ ਨਾਲ ਨਹੀਂ ਮਿਲਦਾ, ਸਾਰੀ ਗੁਰਬਾਣੀ ਦਾ ਸੋਹਲਾ ਹੀ ਹੈ। ਸੋਹਲਾ ਹੁੰਦਾ ਕਿਸੇ ਦੀ ਸਿਫਤ ਸਲਾਹ ਕਰਨੀ। सोहला किनू कहते ने? वडियाई करनी, सिफत सलाह करनी। रहाओ सोहले गाने कहते फलाने सोहले गाउंदा है, वडियाई करनी। रहाओ नित नित जीड़े संभालियन, देखेगा देवनहार। नित नित जीड़े संभालियन, जीव तेरे च रोजे समाते जाते। जेड़ा तेरा तेन जप लैंदा है, सगल भाव मिट जाता, तेरे समा जाता। जेड़े संभालियन, देखेगा देवनहार। देखेगा देवनहार, अपने मूड च समाई जाते ने। ज्योति जोत बुला रहे ने लोग, देखेगा उन्हां दी देखभाल कौन करता है? देवनहार। देखेगा देवनहार। देवनहार उन्हां नूं चिंता नहीं हैगी भुखे मरन दी यार। होर ਉਹਨਾਂ ਦੀ ਦੇਖਭਾਲ ਤਾਂ ਸਾਰਿਆਂ ਦੀ ਕਰਦਾ, ਉਹਨਾਂ ਦੀ ਸਪੈਸ਼ਲ ਕਰਦਾ। ਫਿਰ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਮ ਨੂੰ ਸ਼ਮਾਰ। ਤੇਰੇ ਦਾਨੇ ਕੀਮਤ ਨਾ ਪਵੇ, ਤੇਰੇ ਇੰਨੇ ਦਾਨ ਨੇ, ਦਾਤਾ ਇੰਨੀਆਂ ਨੇ ਤੇਰੀਆਂ, ਉਹਨਾਂ ਦੀ ਤਾਂ ਕੀਮਤ ਨਹੀਂ ਪਾਈ ਜਾ ਸਕਦੀ। ਫਿਰ ਜਿਹਦੇ ਇੰਨੇ ਦਾਨ ਹੋਣ ਤਾਂ ਕਿਹੜੇ ਦਾਤਿਆਂ ਦੀ ਲਿਸਟ ਵਿੱਚ ਉਹਨੂੰ ਰੱਖੀਏ? कोई है या दादा और है ही नहीं, लिस्ट बनती हुई नहीं, शुमार है नहीं, नंबर शुमार आउंदा। तू कल्ला ही है, एक दे बाद दूआ नहीं आउंदा। शुमार हुंदा है एक दे बाद दूआ, दूए ते बाद तीआ, एक लिस्ट है। भाई कोई रह जाना, तू एक आ जा लिख हुंदा, थल्ले कोई होर आउंदा ही नहीं नंबर तेरे वर्गा। शुमार तां होवे जे दूआ तीआ चौथा चले, नंबर शुमार। नंबर शुमार होंदा तेरे वर्गा इस नंबर का कोई, इस कैटागरी का कोई होर होवे, तेरे समान कोई होर होवे, तेरे समान होर कोई दाता नहीं। तेरे दाते कमन, तेरे समान उस दाते दे समान होर कोई दाता नहीं है। तेरे बराबर का होर कोई दाता नहीं है। तेरिया दाता की कीमत नहीं पै सकती। इस करके संसार तक कोई दाता हो रही ही नहीं। ਉੱਥੇ ਤਾਂ ਦਾਤਾ ਦੀ ਸੱਚਖੰਡ ਦਾ ਕਿਸੇ ਨੂੰ ਲੋੜ ਹੀ ਨਹੀਂ, ਤਾਂ ਸਾਰੇ ਇੱਕੋ ਨੇ। ਪਰ ਇੱਥੇ ਜਿਹੜੇ ਦਾਤਾ ਨੇ, ਇੱਕੋ ਹੀ ਦਾਤਾ ਹੈ, ਦੱਦਾ ਦਾਤਾ ਇੱਕ ਹੈ। ਬਾਕੀ ਜਿਹੜੇ ਦਾਤੇ ਨੇ ਨਾ, ਉਹ ਤਾਂ ਉਹਨੇ ਉੱਦਾਂ ਹੀ ਰੱਖੇ ਹੋਏ ਨੇ।
ਉਹ ਤਾਂ ਉਹਨੇ ਗਾਹਾਂ ਪਹੁੰਚਾਉਣ ਵਾਲੇ ਰੱਖੇ ਨੇ। ਜੜਾਂ 'ਚੋਂ ਜਾਂਦਾ, ਹੁਣ ਜੜਾਂ 'ਚੋਂ ਪੱਤਿਆਂ ਤੱਕ ਰਾਸ਼ਨ ਜਾਂਦਾ, ਟਾਹਣੇ ਰਾਣੀਏ ਜੀ ਹੋ ਕੇ ਹੀ ਜਾਂਦਾ ਨਾ। ਉਹ ਤਾਂ ਟਾਹਣੇ ਰਾਣੀਏ ਰੱਖੇ ਨੇ ਵਿੱਚ, ਸਿੱਧਾ ਜੜਾਂ ਨਾਲ ਤਾਂ ਪੱਤਾ ਜੁੜਿਆ ਨਹੀਂ ਨਾ ਹੋਇਆ, ਰਸਤਾ ਜੜ 'ਚੋਂ ਹੀ ਜਾਣਾ। ਹੁਣ ਉਹ ਤਾਂ ਵਿੱਚ ਦੀ ਇੱਕ ਪ੍ਰੋਪਰ ਚੈਨਲ ਹੈ, ਚੈਨਲ ਦੇ ਵਿੱਚ ਹੀ ਜਾਂਦਾ। ਉਹ ਤਾਂ ਉਹਨੇ ਚੈਨਲ ਬਣਾਈ ਹੈ ਸੰਸਾਰ ਦੀ, ਉਹ ਸਮਝਦੇ ਨੇ ਮੈਂ ਦਾਤਾ। ਉਹ ਆਪਣੇ ਆਪ ਨੂੰ ਦਾਤਾ ਸਮਝ ਲੈਂਦੇ ਨੇ ਭੁਲੇਖੇ ਨਾਲ। ਉਹ ਤਾਂ ਇੱਕ ਚੈਨਲ ਬਣਾਈ ਹੈ, ਚੈਨਲ ਤੇ ਹੀ ਪਾਣੀ ਥੱਲੇ ਆਉਂਦਾ, ਪਾਈਪ ਹੁੰਦੀ ਹੈ, ਪਾਈਪ ਦੇ ਰਸਤੇ ਚਲਾ ਜਾਂਦਾ। ਪਾਈਪ ਥੋੜੀ ਪਾਣੀ ਪੈਦਾ ਕਰਦੀ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਕੋਈ ਸੰਬਤ ਤਾਂ ਹੁੰਦੀ ਹੈ, ਸਮਾਂ ਹੁੰਦਾ ਹੈ, ਸਮਾਂ ਸੰਬਤ ਸਮੇਂ ਨੂੰ ਕਹਿੰਦੇ। ਸਾਹ ਲਿਖਿਆ ਗਿਆ, ਇਸ ਕਰਕੇ ਸਾਰੇ ਮਿਲ ਕੇ ਤੇਲ ਪਾਵੋ। ਸੰਬਤ ਸਾਹ ਕਿਵੇਂ ਲਿਖੇ? ਗੋਬਿੰਦ ਨੂੰ ਮਿਲਣ ਕੀ ਹੈ ਤੇਰੀ ਬਰੀਆ। ਬਰੀਆ ਜੇ ਬਰੀਆ ਤਾਂ ਸਾਹ ਤਾਂ ਲਿਖਿਆ ਗਿਆ ਨਾ, ਸੰਬਤ ਆ ਗਈ ਨਾ। ਮਨੁੱਖਾ ਜਨਮ ਸੰਬਤ ਆ ਗਈ, ਸਾਹ ਵੀ ਲਿਖਿਆ ਹੋਇਆ। ਸਾਹ ਕਿਵੇਂ ਲਿਖੇ? ਇਹ ਸਮਾਂ ਲਿਖਾ ਕੇ ਆਇਆ, ਮਰਨ ਦਾ ਉਹ ਸਾਹ ਹੈ। ਉੱਥੇ ਤੱਕੇ, ਉਹਦੇ ਬਾਅਦ ਜੇ ਤਾਂ ਮਿਲ ਗਿਆ ਮਿਲ ਗਿਆ, ਨਹੀਂ ਤਾਂ ਮਿਲ ਗਿਆ। ਉਹਨਾਂ ਹੀ ਟਾਈਮ ਹੈ ਸਮਾਂ। ਇਹ ਸਾਹੇ ਲਿਖਾ ਕੇ ਆਇਆ ਹੋਇਆ ਹੈ भाई। वर्ण लिखाए मंडल में आए, जीवन साजे माई। उन्ना चर दे विच जीवन साजना अपना। जीवन किने साजना? जीवन साजना गुरमत ने, माई ने। यही मां है, ये माई है। इस नूं कहंदे ने, इस नूं जय माता दी कहंदे ने। जिहदा जीवन साजिया गया ਉਹਦੀ ਤਾਂ जय माता दी होगी, पर नहीं वे माता ही नहीं देखी, माता का पता ही नहीं लग्या। उन्होंने जन्म पदार्थ मिल गया। जे जन्म पदार्थ मिल गया फिर जय होगी। फिर बाजी जित ली, जय की हुई? काल जित लिया। ये गल कुछ होर सी, बड़ा कुछ होर नहीं। मिल कर पावो तेल। इस करके मिल के ना संगत विच इकट्ठे होके, चित्तर मन तो इकट्ठे होकर मिल सकते ने, जो होर कोई नहीं मिलता। माना चेता एक हो सकते हैं। इस करके क्या भी तुम दोए, थोनू जन्म पदार्थ में दोए मिल के तेल पावो। ये तत्त ज्ञान इकट्ठा करी जाओ, दीवे च पाई जाओ। तत्त तेल इकट्ठा कर लो, दीवा जाल लो नाम दा। मिलकर पावो तेल। तेल चाहिए तुहानू। गुरबाणी चो कढ़ लो मक्खण, वो पा लो कढ़ के दीवे च। तत तेल नाम किया बाती। देहो सज्जन असीसड़ियां, जिਉਂ ਹੋਵੇ ਸਾਹਿਬ ਸਿਉ ਮੇਲ। सज्जणों ਨੂੰ ਕਹੋ ਆਪਣੇ ਨੂੰ ਵੀ ਸਾਨੂੰ ਭਾਈ ਤੁਸੀਂ ਇਹ ਸੀਸ ਦਿਓ ਵੀ ਤੁਹਾਡਾ ਸਾਹਿਬ ਨਾਲ ਮੇਲ ਹੋ ਜਵੇ। ਐ ਜਨਮ ਦੇ ਵਿੱਚ ਤੁਹਾਨੂੰ ਜਨਮ ਪਦਾਰਥ ਮਿਲ ਜਵੇ, ਨਾ ਮਿਲ ਜਵੇ। ਜੇ ਕੋਈ ਤੁਹਾਡਾ ਸੱਜਣ ਹੈ, ਜੇ ਕੋਈ ਮਾਂ ਹੈ, माँ की कहे माता पूता माता की आशीष। निमन खन बिखरे तुमको हर हर सदा भजो जगदीश। ये मां दवे सीस, यही देन जेड़े तुहानू तुहाडे शुभ चिंतक ने, सज्जण ने। शुभ चिंतक ये आशीष देन। निम खन बिसरे तुमको हर हर सदा भजो जगदीश। जगदीश। भाई तुसी भाई अपना काम थोड़ा सिरे चढ़ जाए, यही काम करना है, और काम की करना है? हाँ जी। देव सज्जन सीसड़ियां, जिਉਂ ਹੋਵੇ ਸਾਹਿਬ ਸਿਉ ਮੇਲ। जे मेरे तुसी सज्जन हो, मैनू केवल एको ही असीस दो। ऐसी असीस दो जिस तरीके नाल मेरा साहब नाल मेल हो जाए। तुसी असीस तो अपनी मर्जी नाल जिवें मर्जी दे लिओ, पर ओहदा रिजल्ट ये होवे कि साहब नाल मेल होण दी गल होवे मेरे हक च। लव तुसी अपने वरत लिओ, जो मर्जी वरत लिओ। ज्यों होवे साहब सिओ मेल। जिस तरीके नाल मेरा साहब नाल मेल होवे ना, ओह जी मैनू सीस दे दिओ। घर घर ਇਹੋ ਪਹੁੰਚਾ, ਸਦਰੇ ਨਿਤ ਪਵਨ। घर घर ਇਹੋ पहुंचा,
देखो ये पहुँच तो घर घर है इस गल की, घर घर रोज फरमान होते ने। गोर रमाणी सट करे न करया कर, अंतर आत्मा की आवाज़ तो बथेरा कहती है रोज सारिਆਂ ਦੇ अंदर है, ਇਹਨੂੰ बथेरा समझा रही है पर ਇਹ नहीं बनता। सदड़े ने तो पवन सदड़े भी सारिਆਂ ਨੂੰ ने, सारिਆਂ ਨੂੰ ਇਹਨੂੰ ਸਮਝਾਇਆ ਜਾਂਦਾ ਹੈ ਅੰਤਰਾਤਮਾ ਦੇ ਤਰੀਕੇ ਵੀ ਆ ਕੰਮ ਨਾ ਕਰ, ਉਹ ਨਾ ਕਰ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਇਸ ਕਰਕੇ ਜਿਹੜਾ ਸੱਦਣ ਹਾਰਾ ਹੈ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹਰ ਵਕਤ। ਅੰਦਰੋਂ ਜਿਹੜਾ ਸੱਦਣ ਹਾਰਾ ਅਸਲ 'ਚ ਉੱਥੇ ਹੀ ਜਾਣਾ ਆਪਾਂ ਨੇ, ਬਾਹਰ ਕਿਤੇ ਟਾਰਗੇਟ ਨਹੀਂ। ਸੱਦਣ ਹਾਰਾ ਸਿਮਰੀਐ, ਸੱਦਣ ਹਾਰਾ ਜਿੱਥੋਂ ਆਵਾਜ਼ ਆ ਰਹੀ ਹੈ ਨਾ ਉੱਥੇ ਧਿਆਨ ਲਾਓ। ਉਹ ਗੋਬਿੰਦ ਮਿਲਣ ਕੀ ਹੈ ਤੇਰੀ ਵਧੀਆ, ਉਹੀ ਗੋਬਿੰਦ। ਇਹ ਗੋਬਿੰਦ ਮਿਲਣ ਕੀ ਬਰੀਆ ਆਵਾਜ਼ ਸਾਰਿਆਂ ਦੇ ਅੰਦਰ ਆਉਂਦੀ ਹੈ। ਭੇਦ ਖੋਲਤਾ ਗੱਲ ਦਾ, ਸਾਰੀ ਬਾਣੀ ਦਾ ਰਿਜ਼ਲਟ ਇਹ ਦੱਸਦਾ। ਉਹ ਸੱਦਣ ਹਾਰਾ ਜਿੱਥੋਂ ਆਤਮਾ ਦੀ ਆਵਾਜ਼ ਆ, ਅੰਤਰਾਤਮਾ ਦੀ ਆਵਾਜ਼ ਆ ਰਹੀ ਹੈ ਨਾ, ਉਹ ਸੱਦਣ ਹਾਰੇ ਵੱਲ ਧਿਆਨ ਕੱਢ ਲਓ, ਉਹਨੂੰ ਉਹਦੇ ਨਾਲ ਜੁੜ ਜਾਓ। ਸਿਮਰੀਏ ਨਾਨਕ ਸੇ ਦੇ ਆਵਨ, ਨਹੀਂ ਤਾਂ ਉਹ ਦਿਨ ਆ ਰਹੇ ਨੇ ਲਗਾਤਾਰ ਚੜ੍ਹਦਾ ਸ਼ਬਦਾ। ਇਹ ਦਿਨ ਤਾਂ ਫਟਾਫਟ ਗੱਡੀ ਜਾ ਰਹੀ ਹੈ, ਫਟਾਫਟ ਉਹ ਦਿਨ ਨੇੜੇ ਆ ਰਹੇ ਨੇ। ਉਹਨੇ ਸਾਹ ਲਿਖਾ ਕੇ ਆਏ, ਉਹ ਦਿਨ ਨੇੜੇ ਆ ਰਹੇ ਨੇ। ਪਹਿਲਾਂ ਹੀ ਮੇਲ ਕਰ ਲਓ। ਨਾਨਕ ਸੇ ਦੇ ਆਵਨ ਆ ਰਹੇ ਨੇ, ਉਹ ਬਹੁਤ ਤੇਜ਼ੀ ਨਾਲ ਮਤਲਬ ਹੈ ਫਿਰ ਆ ਰਹੇ ਨੇ, ਜਲਦੀ ਨਾਲ ਸਮਾਂ ਟੱਪ ਰਿਹਾ ਹੈ। ਅੱਖੀ ਕੇਰੇ ਮਟ ਕੇ ਛਿੜ ਗਈ ਬਿਹਾਈ ਬਸ ਇਹ ਤਾਂ ਅੱਖ ਮੀਚਣ, ਅੱਖ ਖੋਲਣ ਨਾਲ ਬਹੁਤ ਤੇਜ਼ੀ ਨਾਲ ਜਾ ਰਿਹਾ ਸਮਾਂ। ਉਹ ਦਿਨ ਨੇੜੇ ਆ ਰਹੇ ਨੇ। ਉਹ ਤਾਂ ਪਹਿਲਾਂ ਹੀ ਤੁਸੀਂ ਆਪਣਾ ਕੰਮ ਪੂਰਾ ਕਰ ਲਓ। ਹਾਂਜੀ ਰਾਗ ਆਸਾ ਮਹੱਲਾ ਪਹਿਲਾ। ਹਾਂਜੀ 6 ਘਰ 6 ਗੁਰ 6 ਉਪਦੇਸ਼। 6 ਘਰ ਨੇ ਸਾਡੇ ਕੋਲ, 6 ਗੁਰ ਨੇ, 6 ਉਪਦੇਸ਼ ਨੇ। 6 ਘਰ ਕਿਹੜੇ ਨੇ? 6 ਗਿਆਨ, 5 ਗਿਆਨ ਇੰਦਰੀ ਨੇ, 6ਵਾਂ ਦਿਮਾਗ ਹੈ ਸਾਡੇ ਕੋਲ। ਅੱਖਾਂ ਵੀ ਇੱਕ ਘਰ ਹੈ ਦੇਖਣ ਵਾਲਾ, ਇੱਕੋ ਅੱਖਾਂ ਭਾਵੇਂ 2 ਨੇ ਪਰ ਇਮੇਜ ਇੱਕੋ ਬਣਦਾ। ਕੰਨ ਭਾਵੇਂ 2 ਨੇ ਪਰ ਸੁਣਦਾ ਇੱਕੋ ਹੀ ਚੀਜ਼ ਹੈ, ਇੱਕੋ ਗੱਲ ਸੁਣਦੀ। ਇਵੇਂ ਜੀਵ ਸਾਨੂੰ ਮੂੰਹ ਦੇ ਵਿੱਚ ਰਸ ਹੈ ਖੱਟਾ ਮਿੱਠਾ। ਇਸ ਸੰਸਾਰ ਦੇ ਵਿੱਚੋਂ 5 ਗਿਆਨ ਇੰਦਰੀ ਸਾਡੇ ਕੋਲ ਨੇ, ਲੇਕਿਨ ਇੱਕ 6ਵਾਂ ਹੋਰ ਵੀ ਹੈ। 6ਵੇਂ ਨਾਲ ਨਿਰਾਕਾਰ ਦਾ ਪਤਾ ਲੱਗਣਾ, 5 ਨਾਲ ਨਿਰਾਕਾਰ ਦਾ ਨਹੀਂ ਪਤਾ ਲੱਗਦਾ। 5 ਨਾਲ ਸੰਸਾਰ ਦਾ ਪਤਾ ਲੱਗਦਾ। ਕੰਮ 6 ਦਾ ਹੀ ਹੈ ਸਾਨੂੰ, ਕਿਉਂਕਿ ਜਿਹੜੇ ਸਾਨੂੰ ਮਸਾਲਾ ਦਿੱਤੀਆਂ ਹੋਈਆਂ ਨੇ ਉਹ ਸਾਡੀਆਂ 5 ਗਿਆਨ ਇੰਦਰੀਆਂ ਦੇ ਵਿੱਚ ਨੇ। ਗਿਆਨ ਰਿੱਧ ਦਾ ਗਿਆਨ 5 ਗਿਆਨ ਇੰਦਰੀਆਂ 'ਚ ਹੈ। 6ਵਾਂ ਵੀ ਨਾਲ ਆ। ਦਿਮਾਗ ਦੇ ਬਿਨਾਂ ਤਾਂ 6 ਹੀ ਨਹੀਂ ਕੰਮ ਕਰਦੇ, ਬਾਕੀ 5 ਨਹੀਂ ਕੰਮ ਕਰਦੇ, ਬਾਕੀ 5 ਕੰਮ ਹੀ ਨਹੀਂ ਕਰਦੇ। ਦਿਮਾਗ ਮਤਲਬ ਜੋ ਤੋਂ ਅਕਲ ਤੋਂ ਬਿਨਾਂ ਤਾਂ 6 ਹੀ ਨਹੀਂ ਕੰਮ ਕਰਦੇ। ਦਿਮਾਗ ਕਿਹੜਾ ਕੰਮ ਕਰਦਾ? 6 ਹੀ ਨਹੀਂ ਕੰਮ ਕਰਦੇ। 6 ਕਰ 6 ਗੁਰ 6 ਉਪਦੇਸ਼, 6 ਪ੍ਰਕਾਰ ਦੇ ਗਿਆਨ ਨੇ 6 ਘਰਾਂ 'ਚ। ਅੱਖਾਂ 'ਚ ਗਿਆਨ ਹੋਰ ਹੈ, ਨੱਕ ਦੇ ਵਿੱਚ ਗਿਆਨ ਹੋਰ ਹੈ ਵਾਸ਼ਨਾ ਦਾ, ਬਦਬੂ ਖੁਸ਼ਬੂ ਦਾ, ਜੀਭ ਦੇ ਵਿੱਚ ਖੱਟੇ ਮਿੱਠੇ ਦਾ, ਚਮੜੀ ਦੇ ਵਿੱਚ ਹੈ ਗਰਮ ਸਰਦ ਦਾ। ਇਹ ਕੱਲੇ ਦਿਮਾਗ ਦੇ ਵਿੱਚ ਗਿਆਨ ਹੋਰ ਹੈ, ਕੱਲੇ ਦਿਮਾਗ ਦੇ ਵਿੱਚ ਵੀ ਹੈ। ਦੂਏ ਦੇ ਮਨ ਨੂੰ ਪੜ੍ਹ ਲੈਣਾ, ਤੇ ਮਨ ਨੂੰ ਨਹੀਂ ਪੜ੍ਹਨਾ। ਉਹ ਜੋ ਸਾਡੇ ਨਾਲ ਵਰਤਾਓ ਕਰ ਰਿਹਾ ਉਹਦੇ ਹਿਸਾਬ ਨਾਲ ਉਹਦੇ ਮਨ ਨੂੰ ਪੜ੍ਹ ਲੈਣਾ। ਅਸੀਂ ਇੱਕ ਦੂਏ ਨਾਲ ਵਰਤਦੇ ਹਾਂ ਨਾ, ਉਹਦੇ ਤਾਂ ਅੱਖਾਂ ਨਹੀਂ ਕੰਮ ਕਰਦੀ। ਬੁੱਧੀ ਦੇ ਲੈਵਲ ਦਾ ਗਿਆਨ, ਸਿਰ ਬੁੱਧੀ ਦੇ ਲੈਵਲ ਦਾ ਸਮਝਣਾ। ਜਿਵੇਂ ਜਿਹੜੀ ਸਮਝ ਹੈ ਉਹ ਇੱਕ ਗੱਲ ਵੱਖਰੀ ਹੈ।
ਨਿਰਾਕਾਰ ਸਮਝਦਾ ਹੀ ਵਿਸ਼ਾ ਕੱਲੀ ਦਾ, ਇਹ ਸਮਝਦਾ ਵਿਸ਼ਾ, ਸਮਝਣ ਵਾਲੀ ਗੱਲ ਹੈ। ਪੜ੍ਹਨਾ ਤੇ ਸਮਝਣਾ, ਅੱਖਾਂ ਨਾਲ ਪੜ੍ਹਨਾ ਸਮਝਣਾ ਤਾਂ ਬਾਅਦ ਚ ਵਿਚਾਰਨਾ ਜਿਹੜਾ ਵਿਸ਼ਾ ਉਹ ਕਾਹਦਾ, ਪੜ੍ਹਨ ਤੇ ਬਾਅਦ ਜਿਹੜਾ ਵਿਚਾਰਨਾ ਉਹ ਕਾਹਦਾ ਵਿਸ਼ਾ, ਉਹ ਛੇਵੇਂ ਘਰ ਦਾ ਵਿਸ਼ਾ ਵਿਚਾਰਨਾ। ਚਿੱਤਰ ਮਨ ਦਾ ਇੱਕ ਹੋ ਕੇ, ਬੁੱਧੀ ਦਾ ਇੱਕ ਹੋ ਕੇ ਵਿਚਾਰਨਾ ਜਿਹੜਾ ਛੇਵੇਂ ਘਰ ਦਾ ਵਿਸ਼ਾ। ਦਿਮਾਗ ਦੀ ਉੱਚ ਜ਼ਰੂਰ ਲੋੜ ਹੈ, ਦਿਮਾਗ ਦੀ ਤਾਂ ਲੋੜ ਹੈ, ਇਸੇ ਕਰਕੇ ਦਿਮਾਗ ਨੂੰ ਛੇਵਾਂ ਘਰ ਮੰਨਿਆ ਨਾ। ਉੱਥੇ ਇਕੱਲੇ ਦਿਮਾਗ ਦੀ ਗੱਲ ਹੈ ਵਿਚਾਰਨ ਵੇਲੇ। ਗੁਰ ਏਕੋ ਵੇਸ ਅਨੇਕ, ਇਹ ਜਿਹੜੇ ਗਿਆਨ ਇੰਦਰੀਆਂ ਨੇ 5 ਤੇ 6 ਸਣੇ ਦਿਮਾਗ, ਇਹਨਾਂ ਵਿੱਚ ਇੱਕੋ ਹੀ ਚੀਜ਼ ਗੁਰ ਕੰਮ ਕਰਦਾ, ਉਹ ਗੁਰ ਚੇਤਨ। ਇਹ ਜੜ ਨੇ 6 ਘਰ ਕੇ ਹੈ ਨਾ, ਤਾਂ ਹੀ 6 ਘਰਾਂ 'ਚ ਫਿਰਦਾ ਉਹ ਚੇਤਨ। ਸੁਰਤ ਧਿਆਨ ਇੱਕੋ ਹੀ ਹੈ, 6 'ਚ ਕੰਮ ਕਰਦਾ, ਉਹ ਤਾਂ ਚੇਤਨ ਹੈ। ਧਿਆਨ ਤਾਂ ਉਹਦੇ ਵੇਸ ਨੇ, ਉਹਦੇ ਵੇਸ ਨੇ। ਨੱਕ 'ਚ ਹੋਰ ਵੇਸ ਹੈ ਉਹਦਾ, ਸ਼ਕਤੀ ਹੈ ਉਹਦੇ ਕੋਲ ਨਾ। ਅੱਖਾਂ 'ਚ ਉਹਦਾ ਹੋਰ ਵੇਸ ਹੈ, ਦੇਖਣ ਸ਼ਕਤੀ ਹੈ, ਸੁੰਘਣ ਸ਼ਕਤੀ ਹੈ ਉਹਦੇ ਕੋਲ, ਖੱਟਾ ਮਿੱਠਾ ਨੂੰ ਡਿਫਾਈਨ ਕਰਨ ਦੀ ਸ਼ਕਤੀ ਹੈ ਉਹਦੇ ਕੋਲ। ਆ ਜਿਹੜਾ ਚਮੜੀ ਦੇ ਵਿੱਚ ਮਹਿਸੂਸ ਕਰਨ ਦੀ ਸ਼ਕਤੀ, ਉਹਦੇ ਕੋਲ ਸ਼ਕਤੀਆਂ ਅਲੱਗ-ਅਲੱਗ ਨੇ, ਉਹਦੇ ਵੇਸ ਨੇ। ਜਾਣੀ ਜਿਹੜੇ ਨੈਣ ਨੇ ਉਹਦੇ, ਇਹ ਅੱਖਾਂ ਨੇ ਉਹਦੇ ਨੈਣ ਨੇ, ਉਹ ਵੇਸ ਆ ਉਹਦਾ ਨੈਣ। ਇਹ ਕੰਨ ਨੇ ਉਹਦੇ ਕੰਨ ਨੇ, ਅੱਖਾਂ ਦੀ ਜਗ੍ਹਾ ਨੇਤਰ ਨੇ। ਇਸ ਕਰਕੇ ਉਹਦੇ ਬੇਸ ਲਿਖੇ ਹੋਏ ਨੇ। ਅੱਖਾਂ ਨੇਤਰ ਉਹਦੇ ਹਾਂਡੀ, ਨੇਤਰ ਨਹੀਂ ਆਉਣਾ ਹੈ, ਸਰੀਰ ਨਹੀਂ ਹੈ ਜਿਹਾ ਸਾਡਾ ਹੈ। ਉਹਦੇ ਵੇਸ ਨੇ, ਉਹਦੇ 'ਚ ਸ਼ਕਤੀ ਨੇ, ਅੱਡ ਗੁਣ ਨੇ ਉਹਦੇ, ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤੀ ਹੋਏ, ਬਾਬਾ ਜੈ ਕਰ ਕਰਤੇ ਕੀਰਤੀ ਹੋਏ। ਜਿਹੜੇ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੁੰਦੀ ਹੈ ਨਾ, ਕਰਤੇ ਦੀ ਦਾ ਜਸ ਹੁੰਦਾ, ਜਿਹੜੇ ਹਿਰਦੇ ਵਿੱਚ ਕਰਤੇ ਦਾ ਜਸ ਹੁੰਦਾ, ਸੋ ਕਰ ਰਾਖ ਵਡਾਈ ਤੋਏ। ਉਹ ਰਾਖੀ ਹੋਣ ਲਫ਼ਜ਼, ਸੋ ਕਰ ਰਾਖ ਅੱਖੇ ਨੂੰ ਅੰਕੜ ਹੈ। ਅੱਛਾ, ਸੋ ਕਰ ਰਾਖ ਵਡਾਈ ਤੋਏ। ਉਸ ਘਰ ਦੇ ਵਿੱਚ ਉਹਦੀ ਵਡਿਆਈ ਨੂੰ ਸਾਂਭ ਕੇ ਰੱਖ, ਉਹਦੇ ਜਸ ਨੂੰ ਉਸ ਘਰ ਦੇ ਵਿੱਚ ਵਿਚਾਰਨਾ, ਉਸੇ ਘਰ 'ਚ ਜਸ ਰੱਖਣਾ, ਉੱਥੇ ਹੀ ਪਿਆ ਰਹਿਣ ਦੇਣਾ, ਕਿਤੇ ਹੋਰ ਨਹੀਂ ਲੈ ਕੇ ਜਾਣਾ। ਜਿਵੇਂ ਦੇਖੋ ਕੰਨ ਦੇ ਵਿੱਚ ਜਿਹੜੀ ਗੱਲ ਪਈ, ਗਾਂ ਚਲੀ ਜਾਂਦੀ ਹੈ, ਹਿਰਦੇ 'ਚ ਜਾਂਦੀ ਹੈ। ਕਾਸ਼ੀ ਤੇ ਤੋਂ ਰੁਪ ਜਾ, ਤੁਰ ਕਾਸ਼ੀ ਜਾਏ, ਖੜਦੀ ਨਹੀਂ ਕੰਨ 'ਚ ਗੱਲ, ਗਾਂ ਜਾਣੀ। ਇਸ ਕਰਕੇ ਉੱਥੇ ਦੀ ਗੱਲ ਹੋਈ, ਉੱਥੇ ਹੀ ਰਹਿਣੀ ਹੈ, ਗਾਂ ਹੋਰ ਕਿਤੇ ਨਹੀਂ ਜਾਣੀ। ਵਡਿਆਈ ਨੂੰ ਉੱਥੇ ਰੱਖ ਕੇ ਉੱਥੇ ਹੀ ਰਹਿਣ ਦੇਣਾ। ਜੇ ਭੁੱਲ ਜੀਏ ਤਾਂ ਉੱਥੇ ਨਹੀਂ ਰਹੀ, ਜੇ ਭੁੱਲ ਕੇ ਰਹਿ ਗਈ ਉੱਥੇ। ਵਿਸਰਨਾ ਨਹੀਂ, ਵਿਸਰ ਕੇ ਉੱਥੇ ਨਹੀਂ ਰਹੀ। ਫਿਰ ਵਡਿਆਈ ਜੇ ਉੱਥੇ ਚਲੀ ਗਈ ਨਾ, ਜਿਹੜੀ ਚੀਜ਼ ਉੱਥੇ ਗਿਆਨ ਚਲੇਗਾ ਉੱਥੇ ਰੱਖਣਾ, ਵਿਸਰਨਾ ਨਹੀਂ ਹੈ। ਜਿਹੜਾ ਵਿਸਰ ਗਿਆ ਉੱਥੇ ਡੁੱਲ ਗਿਆ। ਜੇ ਭਾਂਡੇ 'ਚ ਪਾਈ ਚੀਜ਼ ਡੁੱਲ ਜਾਂਦੀ ਹੈ, ਡੁੱਲਣ ਨਹੀਂ ਦੇਣੀ, ਉੱਥੇ ਹੀ ਰੱਖਣੀ ਹੈ। ਭਾਂਡੇ 'ਚ ਜੇ ਨਾ ਸਾਂਭੀਏ ਡੁੱਲ ਵੀ ਜਾਂਦਾ, ਲੀਕ ਵੀ ਹੋ ਜਾਂਦਾ। ਜੋ ਵਿਸਰ ਗਿਆ, ਲੀਕ ਹੋ ਗਿਆ, ਖਤਮ ਹੋ ਗਿਆ। ਵਿਸਰਿਆ ਹੀ ਹੋਇਆ, ਹੁਣ ਹੋਰ ਕੀ ਹੋਇਆ ਹੈ? ਉਹ ਵਿਸਰਿਆ ਹੀ ਹੋਇਆ। ਹਰ ਵਿਸਰਤ ਸਦਾ ਖੁਆਰੀ। ਹੁਣ ਵਿਸਰਿਆ ਹੋਇਆ, ਹੋਰ ਕੁਛ ਨਹੀਂ। ਵਿਸਰਨਾ ਹੀ ਡੁੱਲਣਾ ਉਸ ਘਰ 'ਚੋਂ, ਉਸ ਘਰ ਭਾਂਡੇ 'ਚੋਂ ਵਿਸਰਨਾ ਨੂੰ ਡੁੱਲ ਜਾਣਾ। ਰੱਖ ਲੋ ਉਹਨੂੰ, ਸਾਂਭ ਕੇ ਰੱਖਣਾ, ਫਿਰ ਡੁੱਲਣ ਨਹੀਂ ਦੇਣਾ, ਵਿਸਰ ਨਹੀਂ ਦੇਣਾ। ਰਹਾਓ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹਾ ਹੋਆ। ਹਾਂ, ਵਿਸੇ ਜਿਵੇਂ ਸਕਿੰਟ ਮਿੰਟ, ਚਸੇ ਘੜੀਆਂ ਪਹਿਰਾਂ ਥਿੱਤੀ ਬਾਰੀ ਮਹਾ ਹੋਆ। ਏਦਾਂ ਮਹੀਨਾ ਬਣ ਜਾਂਦਾ। ਫਿਰ ਕਹਾਂ ਜਾਵੇ ਸਕਿੰਟ ਮਿੰਟ, ਮਿੰਟਾਂ ਤੋਂ ਘੰਟੇ, ਸਮਝੇ, ਘੰਟਿਆਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਥਿੱਤਾ 12 ਮਹੀਨਾ ਬਣ ਜਾਂਦਾ। ਜਿਵੇਂ ਹਾਂ, ਸੂਰਜ ਇੱਕੋ ਰੁੱਤ ਅਨੇਕ। ਸੂਰਜ ਤਾਂ ਫਿਰ ਇੱਕੋ ਰਹਿੰਦਾ। ਅਸੀਂ ਸਕਿੰਟ ਮਿੰਟਾਂ ਤੇ ਲਾ ਕੇ ਉਹਦੇ ਟੁਕੜੇ ਕਰਦੇ ਚਲੇ ਜਾਂਦੇ।
ਜਿਵੇਂ ਸੂਰਜ ਇੱਕ ਹੈ, 9 ਨੇ ਸਮੇਂ ਦੇ। ਸੂਰਜ ਇੱਕ ਹੈ, ਰੁੱਤਾਂ ਕਈ ਨੇ, ਰੁੱਤਾਂ ਵੀ 6 ਨੇ ਨਾ ਬੰਦੇ। ਸੂਰਜ ਇੱਕ, ਰੁੱਤਾਂ ਨੇ ਇੱਕ। ਨਾਨਕ ਕਰਤੇ ਕੇ ਕੀਤੇ ਵੇਸ। ਇਸ ਤਰੀਕੇ ਨਾਲ ਉਹ ਕਰਤੇ ਦੇ ਬੇਸ ਨੇ, ਕਿਹਾ ਨਾ ਉਹਦੇ ਬੇਸ ਨੇ 6 ਕਰ 6 ਗੁਰ 6 ਉਪਦੇਸ਼, ਗੁਰ ਏਕੋ ਵੇਸ ਅਨੇਕ। ਇਹਦੋਂ ਦੱਸੇ ਨੇ ਜਿਹੜਾ ਸਕਿੰਟ ਮਿੰਟ ਉਹਦੇ ਬੇਸ ਨੇ, ਸਮਾਂ ਹੀ ਹੈ ਨਾ ਸਾਰਾ। ਸਕਿੰਟ ਵੀ ਸਮਾਂ, ਮਿੰਟ ਵੀ ਸਮਾਂ, ਘੰਟਾ ਵੀ ਸਮਾਂ, ਦਿਨ ਵੀ ਸਮਾਂ, ਮਹੀਨਾ ਵੀ ਸਮਾਂ। ਐ ਉਹਦੇ ਬੇਸ ਨੇ, ਜਿਵੇਂ ਸਮੇਂ ਦੇ ਬੇਸ ਨੇ, ਐ ਉਹਦੇ ਬੇਸ ਨੇ, ਕਰਤੇ ਦੇ ਬੇਸ ਨੇ। ਜਿਵੇਂ ਸੂਰਜ ਇੱਕ ਹੈ, ਰੁੱਤਾਂ ਅਨੇਕ ਨੇ। ਉਹ ਸੂਰਜ ਦੇ ਬੇਸ ਨੇ ਉਹ ਰੁੱਤਾਂ। ਸੂਰਜ ਤਾਂ ਚੜ੍ਹਦਾ ਰਹਿਣਾ ਹੋਵੇ, ਰੁੱਤਾਂ ਬਦਲ ਜਾਣੀਆਂ ਨੇ। ਸੂਰਜ ਉਹੀ ਹੈ, ਪਿੱਛੇ ਧਿਆਨ ਉਹੀ ਹੈ, ਪਰ ਉਹ ਮੂੰਹ ਜਾ ਕੇ ਰੁੱਤ ਹੋਰ ਹੋ ਜਾਣੀ ਹੈ, ਕੰਨਾਂ 'ਚ ਰੁੱਤ ਹੋਰ ਹੋਣੀ ਹੈ। ਮੂੰਹ ਤਾਂ ਖੱਟਾ ਮਿੱਠਾ ਹੀ ਦੱਸਣਾ, ਕੰਨਾਂ 'ਚ ਉਹਨੇ ਦੱਸਣਾ ਫਿਰ ਕੌੜੀ ਮਿੱਠੀ ਬਾਣੀ ਦੱਸਣੀ ਹੈ। ਕੰਨਾਂ 'ਚ ਕੌੜੀ ਮਿੱਠੀ ਬਾਣੀ ਦੱਸਣੀ ਹੈ। ਅੱਖਾਂ ਦੇ ਵਿੱਚ ਰੰਗ ਰੂਪ ਦੱਸਣਾ। ਰੰਗ ਰੂਪ ਵੀ ਕੌੜਾ ਮਿੱਠਾ ਹੁੰਦਾ। ਕੋਈ ਰੰਗ ਸਾਨੂੰ ਚੰਗਾ ਲੱਗਦਾ, ਕੋਈ ਮਾੜਾ ਲੱਗਦਾ, ਭੈੜਾ ਲੱਗਦਾ। ਜਿਹੜਾ ਭੈੜਾ ਲੱਗਦਾ ਕੌੜਾ ਲੱਗਦਾ। ਕੋਈ ਰੂਪ ਚੰਗਾ ਲੱਗਦਾ, ਕੋਈ ਰੂਪ ਨਹੀਂ ਚੰਗਾ ਲੱਗਦਾ। ਏਦਾਂ ਹੀ ਹੈ। ਨਾਨਕ ਕਰਤੇ ਕੇ ਕੀਤੇ ਵੇਸ। ਇਸੇ ਤਰੀਕੇ ਨਾਲ ਕਰਤੇ ਦੇ ਵੇਸ ਨੇ। ਹੁਣ ਜਿਹੜੇ ਬਾਹਰਲੇ ਦੇਖੇ ਹੋਏ ਨੇ, ਜੇ ਬਾਹਰ ਦੇਖੇ ਨਾ ਹੋਣ ਅੱਖਾਂ ਨਾਲ, ਤਾਂ ਕਰਤੇ ਦੇ ਪ੍ਰਮਾਣ ਦਾ ਕਿਵੇਂ ਪਤਾ ਲੱਗੇ? ਬਾਹਰ ਜਿਹੜੀ ਚੀਜ਼ ਦੇਖੀ ਹੋਈ ਹੈ, ਤਾਂ ਕਰਤੇ ਦਾ ਪ੍ਰਮਾਣ ਦਾ ਪਤਾ ਕਿਵੇਂ? ਪ੍ਰਮਾਣ ਜਿਹੜੇ ਬਾਹਰਲੇ ਦੇਣੇ ਨੇ, ਉਹਨਾਂ ਦੇ ਵਿੱਚ ਇਹਨਾਂ ਦੀ ਲੋੜ ਹੈ। ਅੱਖਾਂ ਦੇ ਨਾਲ ਦੇਖੀ ਹੋਈਆਂ ਚੀਜ਼ਾਂ ਦੀ, ਕੰਨਾਂ ਨਾਲ ਸੁਣੀ ਹੋਈਆਂ ਚੀਜ਼ਾਂ ਦੀ ਲੋੜ ਹੈ। ਸਥਿਤੀ ਅਵਸਥਾ ਦੀ ਸੰਸੀ। ਹਾਂ, ਪ੍ਰਮਾਣ ਦੇਣ ਵਾਸਤੇ ਤਾਂ ਲੋੜ ਪਊ ਨਾ। ਨਹੀਂ ਸਮਝਾਇਆ ਕਿਵੇਂ ਜਾ ਸਕੂਗਾ? ਸਮਝਾਇਆ ਨਹੀਂ ਜਾ ਸਕਦਾ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮਹਿ ਥਾਲ ਰਵਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਗਗਨ ਮੈਂ ਥਾਲ ਹੈ, ਮੈਂ ਗਗਨ ਮੈਂ, ਗਗਨ ਮੈਂ ਥਾਲ, ਮੈਂ ਨਹੀਂ ਹੈ। ਗਗਨ ਮੈਂ ਨਹੀਂ ਬੋਲਣਾ, ਇਹਦੀ ਟਿੱਪੀ ਨਹੀਂ ਬੋਲ ਸਕਦੇ ਅਸੀਂ, ਨਾ ਬਿੰਦੀ ਨਹੀਂ ਬੋਲ ਸਕਦੇ। ਮੈਂ ਲਫ਼ਜ਼ ਹੋਰ ਹੈ, ਮੈਂ ਹੋਰ ਹੁੰਦਾ। ਗਗਨ ਮੈਂ ਜੇ ਬੋਲਾਂਗੇ ਗਗਨ ਵਿੱਚ ਹੋ ਜਾਊਗਾ। ਜੇ ਮੈਂ ਬੋਲਾਂਗੇ ਗਗਨ ਟਿੱਪੀ ਤੇ ਬਿਨਾਂ ਬੋਲਾਂਗੇ, ਫਿਰ ਗਗਨ ਰੂਪੀ ਹੋ ਜਾਊਗਾ। ਗਗਨ ਮੈਂ ਗਗਨ ਮੈਂ। ਜੇ ਮੈਂ ਬੋਲਾਂਗੇ ਗਗਨ ਰੂਪੀ ਥਾਲ ਹੈ, ਗਗਨ ਹੀ ਥਾਲ ਹੈ। ਜੇ ਮੈਂ ਬੋਲੋਗੇ ਤਾਂ ਗਗਨ ਵਿੱਚ ਥਾਲ ਹੋ ਜਾਊਗਾ। ਫਿਰ ਮੈਂ ਨਹੀਂ ਹੁੰਦਾ ਇਹਦੇ 'ਚ, ਮੈਂ ਆਉਂਦਾ ਹੀ ਨਹੀਂ ਹੈ। ਮੈਂ ਤਾਂ ਅਸੀਂ ਬੋਲਦੇ ਹਾਂ, ਮੈਂ ਗਗਨ ਬੋਲਦਾ, ਮੈਂ ਆਪਣੇ ਆਪ ਨੂੰ ਮੈਂ ਹੁੰਦਾ। ਹਾਏ ਨੂੰ ਸਿਆਰੀ ਹੁੰਦੀ ਫਿਰ। ਗਗਨ ਮੈਂ ਥਾਲ, ਗਗਨ ਦੇ ਵਿੱਚ ਥਾਲ, ਗਗਨ ਹੀ ਥਾਲ ਹੈ। ਰਵਿਚੰਦ ਦੀਪਕ ਬਣੇ, ਮੈਂ ਹੁੰਦਾ ਗਗਨ ਰੂਪੀ। ਮੈਂ ਗਗਨ ਮੈਂ ਥਾਲ, ਗਗਨ ਰੂਪੀ ਥਾਲ। ਗਗਨ ਇੱਕ ਥਾਲ ਹੈ। ਰਵਿਚੰਦ ਦੀਪਕ ਬਣੇ। ਰਵਿਚੰਦ 2 ਦੀਵੇ ਨੇ, ਇਹਦੇ ਵਿੱਚ ਸੂਰਜ ਔਰ ਚੰਦਰਮਾ। ਗਗਨ ਦੇ ਵਿੱਚ ਨੇ ਨਾ 2 ਦੀਵੇ। ਤਾਰਿਕਾ ਮੰਡਲ ਜਨਕ ਮੋਤੀ। ਤਾਰੇ ਵੀ ਨੇ ਵਿੱਚ ਥਾਲ 'ਚ, ਉਹ ਸਮਝ ਲਓ ਵੀ ਮੋਤੀ ਨੇ, ਜਿਵੇਂ ਥਾਲ 'ਚ ਮੋਤੀ ਪਾਏ ਹੁੰਦੇ ਨੇ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਆਨ ਲੋ, ਧੂਪ ਜਗਾਉਂਦੇ ਨੇ ਵਿੱਚ। ਧੂਪ ਮਲ ਅੰਨ ਲੋ, ਆ ਜਿਹੜੀ ਲੋ ਪੈਦਾ ਹੁੰਦੀ ਹੈ, ਸਗਰ ਬਨ ਰਾਏ ਫੁਲੰਤ, ਸਾਰੀ ਬਨ ਫੁੱਲ ਪਾਏ ਹੋਏ ਨੇ ਵਿੱਚ। ਪਵਨ ਚਵਰੋ ਕਰੇ, ਪੌੜ ਜਦ ਹਵਾ ਚੱਲਦੀ ਹੈ, ਦਰਖਤ ਝੂਲਦੇ ਨੇ ਨਾ, ਚੌਰ ਹੁੰਦਾ, ਚੌਰ ਹੁੰਦਾ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਕਹਿੰਦੇ ਆਰਤੀ ਤਾਂ ਆਪੇ ਹੋਈ ਜਾਂਦੀ। ਆਹ ਥਾਲ ਲਈ ਫਿਰਦੇ ਨੇ ਦੀਵੇ ਜਗਾ ਕੇ, ਦੀ ਲੋੜ ਕੀ? ਜਾਨੀ ਤੂੰ ਐਡੀ ਕੁ ਮੂਰਤੀ ਹੈ, ਕਰਤਾ ਏਡਾ ਕੇ ਹੁੰਦਾ। ਇਹ ਕਰਤਾ ਜਿਹਦੀ ਆਰਤੀ ਕਰਦੇ ਹੋ ਤੁਸੀਂ। ਇਹ ਤਾਂ ਪੱਥਰ ਦੀ ਮੂਰਤੀ ਕਦੇ ਬੰਦੇ ਦੀ ਬਣਾਈ ਹੋਈ ਹੈ, ਤੁਸੀਂ ਇਹਨੂੰ ਕਰਤਾ ਬੰਦੀ ਬੈਠੇ ਹੋ। ਉਹ ਆਪਣੀ ਬਣਾਈ ਹੋਈ ਚੀਜ਼ ਨੂੰ ਕਰਤਾ ਮੰਨਦੇ ਹੋ ਤੁਸੀਂ। ਗੱਲ ਤਾਂ ਇਹ, ਉਹਦੀ ਆਰਤੀ ਤਾਂ ਹੋ ਰਹੀ ਹੈ ਸਾਰੀ, ਉਹਨੇ ਆਪਣੀ ਆਰਤੀ ਆਪੇ ਬਣਾਈ ਹੈ।
ਇਹ ਆਰਤੀ ਕਰਨ ਖਾਤਰ ਤਾਂ ਬਣਾਇਆ ਉਹਨੇ ਆਪਣੀ ਵਾਸਤੇ ਕੁਛ, ਉਹਦਾ ਬਥੇਰਾ ਕੋ ਬਣਾਇਆ ਹੋਇਆ। ਤੁਸੀਂ ਛੱਡੋ ਇਹ ਆਰਤੀ ਨੂੰ, ਭਵ ਖੰਡਨਾ ਤੇਰੀ ਆਰਤੀ। ਤੁਸੀਂ ਆਰਤੀ ਕਰਨੀ ਛੱਡੋ ਉਹਦੀ, ਤੁਸੀਂ ਇੱਕ ਬੰਦਾ ਬਣਾ ਲਿਆ ਉਹਨੂੰ। ਇਹ ਰਸਤੇ ਤਾਂ ਤੁਹਾਡੀ ਮੱਤ ਮਾਰੀ ਜਾਊਗੀ। ਗੱਲ ਇਹ ਹੈ, ਜੇ ਤੁਸੀਂ ਮੂਰਤੀ ਮੰਨਦੇ ਰਹੋਗੇ ਮੱਤ ਮਾਰੀ ਜਾਊਗੀ। ਜੇ ਗ੍ਰੰਥ ਨੂੰ ਗੁਰੂ ਮੰਨਦੇ ਰਹਾਂਗੇ ਮੱਤ ਮਾਰੀਓ ਰਹੂਗੀ, ਮੱਤ ਨਹੀਂ ਠੀਕ ਹੋਣੀ ਹੈ। ਆਰਤੀ ਇਹਦੀ ਕਰਨੀ ਹੈ ਜਿਹਦੀ ਗੱਲ ਹੈ। ਭਵ ਖੰਡਨਾ ਹਾਂ, ਅਸੀਂ ਆਰਤੀ ਅਸੀਂ ਫਿਰ ਉੱਥੇ ਫੁੱਲ ਚੜਾਉਣ ਲੱਗੇ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਫੁੱਲ ਤਾਂ ਅਸੀਂ ਵੀ ਚੜਾਉਂਦੇ ਹਾਂ। ਜੇ ਦੀਵੇ ਨਹੀਂ ਜਾਲਦੇ ਫੁੱਲ ਤਾਂ ਚੜਾਉਣੇ ਹੀ ਆ ਅਸੀਂ। ਅਰਦਾਸ ਤਾਂ ਉਸੇ ਨੂੰ ਕਰਦੇ ਹਾਂ। ਪਰਮੇਸ਼ਰ ਦੀ ਅਰਦਾਸ ਖਤਮ ਹੋ ਗਈ ਸਾਡੇ ਕੋਲ। ਅਰਦਾਸ ਚੋਂ ਪਰਮੇਸ਼ਰ ਗਾਇਬ ਹੈ ਸਾਡੇ ਬਿਲਕੁਲ। ਅਰਦਾਸ ਦੇ ਵਿੱਚ ਵਿਅਕਤੀ ਰਿਹਾ ਗੁਰੂ ਗ੍ਰੰਥ ਸਾਹਿਬ, ਅਰਦਾਸ ਚੋਂ ਕੋਲ ਉਹੀ ਗੱਲ ਹੈ ਜਿਹੜੀ ਆਰਤੀ ਹੈ। ਬਹੁਤਾ ਫਰਕ ਨਹੀਂ ਹੈਗਾ। ਉਹ ਅਰਦਾਸ ਇਹ ਤਾਂ ਕਹਿ ਰਿਹਾ ਸੀ ਗੁਰੂ ਗ੍ਰੰਥ ਵੀ ਆਹ ਕਰਨਾ ਹੈ, ਉਹ ਤਾਂ ਅਸੀਂ ਕਰ ਨਹੀਂ ਰਹੇ। ਜਿਹੜਾ ਕਹਿ ਰਿਹਾ ਉਹਦੀ ਆਰਤੀ ਕਰਨ ਲੱਗੇ। ਜਿਹੜਾ ਕਹਿ ਰਿਹਾ ਸੀ ਉਹਦੀ ਕਰਨ ਲੱਗੇ। ਇਵੇਂ ਜਿਹੜਾ ਕੋਈ ਸਿਆਣਾ ਬੰਦਾ ਆਇਆ, ਕੋਈ ਸਾਨੂੰ ਸਿਆਣੀ ਗੱਲ ਦੱਸਣ ਲੱਗਿਆ, ਉਹਦੀ ਆਰਤੀ ਕਰਨ ਲੱਗੇ। ਅੱਜ ਗੁਰੂ ਗ੍ਰੰਥ ਸਾਹਿਬ ਦੱਸ ਰਿਹਾ ਸਾਨੂੰ ਕੋਈ ਸਿਆਣੂ ਗੱਲ, ਅਸੀਂ ਉਹਦੀ ਆਰਤੀ ਕਰਨ ਲੱਗੇ। ਜੋ ਕਹਿ ਰਿਹਾ ਸੀ ਉਹ ਕਰਨਾ ਸੀ, ਨਾ ਕਿ ਉਹਦੀ ਆਰਤੀ ਕਰਨੀ ਸੀ। ਉਹਨਾਂ ਅੱਖਰਾਂ ਦੀ ਆਰਤੀ ਕਰਨੀ ਸੀ। ਤਾਂ ਕਹਿੰਦੇ ਆਰਤੀ ਹੋ ਰਹੀ ਹੈ। ਆਰਤੀ ਤਾਂ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਭਵ ਖੰਡਨਾ ਤੇਰੀ ਆਰਤੀ ਕੈਸੀ ਹੋ ਰਹੀ ਹੈ ਆਲਰੇਡੀ। ਇਹ ਕੀ ਕਰਦੇ ਨੇ? ਉਹ ਜਿਨ੍ਹਾਂ ਨੂੰ ਕਿਹਾ ਸੀ ਤੁਸੀਂ ਕੀ ਕਰਦੇ ਹੋ ਅੱਜ? ਸਵਾਲ ਤਾਂ ਇਹ ਹੈ। ਜੇ ਮੁੜ ਕੇ ਤੁਹਾਨੂੰ ਸਵਾਲ ਕਰਤਾ ਉਹਨਾਂ ਨੇ, ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਆਪਣਾ ਜਵਾਬ ਤਿਆਰ ਕਰੋ ਪਹਿਲਾਂ। ਜਿਹਦਾ ਸਥਾਨ ਹੁੰਦਾ ਉਹਦਾ ਨਾਂ ਲੈ ਕੇ ਤੁਸੀਂ ਅਰਦਾਸ ਕਰਦੇ ਹੋ। ਸੀਸਗੰਜ ਚਲੇ ਜਾਓ, ਗੁਰੂ ਤੇਗ ਬਹਾਦਰ ਦਾ ਨਾਮ ਹੈ। ਅੰਮ੍ਰਿਤਸਰ ਚਲੇ ਜਾਓ, ਕਿਸੇ ਹੋਰ ਦਾ ਨਾਮ ਹੈ। ਹਜ਼ੂਰ ਸਾਹਿਬ ਚਲੇ ਜਾਓ, ਕਿਸੇ ਹੋਰ ਦਾ ਨਾਮ ਹੈ। ਵਿਅਕਤੀਆਂ ਦੇ ਨਾਮ ਤੇ ਤੁਸੀਂ ਲਾ ਕੇ ਜੋ ਉਹਨਾਂ ਨੇ ਹਟਾਇਆ ਸੀ ਉਹ ਤੋਂ ਉਲਟ ਕਰਨ ਲੱਗੇ। ਉਹ ਹਟਾਉਂਦੇ ਰਹੇ। ਮੈਂ ਉਹ ਪਰਮ ਪੁਰਖਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ। ਪੜ੍ਹ ਲੈਂਦੇ ਨੇ। ਇਹ ਮਜਬੂਰੀ ਹੈ, ਪੜ੍ਹਨੀ ਪੈਣੀ ਹੈ ਭਾਈ। ਉਹ ਪੜ੍ਹਦੇ ਤਾਂ ਮਜਬੂਰੀ ਨੂੰ ਮੰਨਦੇ ਨਹੀਂ। ਜੋ ਪੜ੍ਹਦੇ ਨੇ, ਜੋ ਪੜ੍ਹਦੇ ਨੇ ਮੰਨਦੇ ਨਹੀਂ। ਕਰਦੇ ਨੇ ਆਪਣੀ ਮਰਜ਼ੀ, ਪੜ੍ਹਦੇ ਨੇ ਗੁਰੂ ਦੀ ਮਰਜ਼ੀ। ਪੜ੍ਹਦੇ ਉਹਦੀ ਮਰਜ਼ੀ ਨੇ, ਕਰਦੇ ਨੇ ਆਪਣੀ ਮਰਜ਼ੀ। ਕਰਦੇ ਤਾਂ ਸੀ ਹੈਗੇ ਆਪਣੀ ਮਰਜ਼ੀ, ਮੰਨਦੇ ਪੜ੍ਹਦੇ ਆ ਗੁਰੂ ਦੀ ਮਰਜ਼ੀ। ਫਿਰ ਸਿੱਖੀ ਭਾਲਦੇ। ਇਹ ਬਿਮਾਰੀ ਹੈ। ਇਹ ਬਿਮਾਰੀ ਫੈਲ ਗਈ ਸਾਰਿਆਂ ਨੂੰ। ਇਹ ਵਬਾ ਫੈਲ ਗਈ ਸਾਰਿਆਂ ਨੂੰ। ਆ ਜਿਹੜੇ ਇੱਕ ਦੂਏ ਨੂੰ ਵੱਢਣ ਆਉਂਦੇ ਨੇ ਨਾ, ਇਹ ਵਬਾ ਹੈ ਫੈਲੀ ਹੋਈ। ਇਹਨੇ ਕਰਤੇ ਪਾਗਲ। ਹਵਾ ਹੈ ਵਬਾ, ਹਵਾ ਹੀ ਹੁੰਦੀ ਹੈ। ਪਾਗਲ ਬਣਾਤੇ ਸਾਰੇ। ਅਨਹਤਾ ਸ਼ਬਦ ਵਾਜੰਤ ਭੇਰੀ। ਇਹ ਮਾਇਆ ਦੀ ਵਬਾ ਫੈਲੀ ਹੋਈ ਹੈ ਸਾਰੀ ਦਿਮਾਗ 'ਚ। ਰਾਜ ਕਰੇਗਾ ਖਾਲਸਾ ਵਾਲੀ ਵਬਾ ਤਾਂ ਫੈਲਣੀ ਹੋ ਸੀ। ਜਿਹੜਾ ਰਾਜ ਨਰਕ ਨੂੰ ਲੈ ਕੇ ਜਾਂਦਾ ਨਾ, ਰਾਜੋ ਨਰਕ ਤਪੋ ਰਾਜ, ਉਹ ਨਰਕ ਦੀ ਵਬਾ ਫੈਲੀ ਹੋਈ ਹੈ ਸਾਰੀ। ਇਹ ਵਬਾ ਦਾ ਨਰਕ ਗੱਲ ਸੁਰਗ ਦੀ ਕੀਤੀ ਸੀ, ਨਰਕ ਦੀ ਤੁਸੀਂ ਬੰਦੀ ਬੈਠੇ ਹੋ। ਨਰਕ ਨੂੰ ਜਾਣ ਦੀ ਮਰਜ਼ੀ ਹੈ। ਤਾਂ ਗੋਬਿੰਦ ਮੰਨ ਕੇ ਤੇਰੀ ਵਰੀਆ ਸੀ। ਤੁਸੀਂ ਗੱਲ ਕਰਨ ਰਾਜ ਕਰਨ ਕੇ ਤੇਰੀ ਵਰੀਆ ਇਹ ਹੋ ਗਈ ਨਾ। ਫਿਰ ਗੋਬਿੰਦ ਮੰਨ ਕੀ ਵਰੀਆ ਛੱਡ ਕੇ ਰਾਜ ਕਰਨ ਕੀ ਤੇਰੀ ਵਰੀਆ ਕਰ ਲਈ। ਗੁਰਬਾਣੀ ਦੇ ਕਿੱਥੇ ਖੜੇ ਨੂੰ? ਕਿੱਥੇ ਖੜੇ ਹੋ ਗੁਰਬਾਣੀ ਦੇ? ਆਪਣੇ ਅੰਦਰ ਝਾਕ ਕੇ ਦੇਖੋ ਕਿੱਥੇ ਖੜੇ ਹੋ। ਆਪਣੇ ਅੰਦਰ ਝਾਕਣ ਦਾ ਸਮਾਂ ਆ ਗਿਆ। ਗੱਲ ਕਹੀ ਆਈ ਜਦੋਂ ਕਹਿਣ ਵਾਲਾ ਕੋਈ ਨਹੀਂ ਸੀਗਾ।
ਜਿਨ੍ਹਾਂ ਨੇ ਰਾਜ ਲਿਆ ਸੀ ਮਿਸਲਾਂ ਦਾ, ਉਹਨਾਂ ਦੀ ਵਰਦੀ ਲਹਾ ਲਈ ਸੀ ਅਕਾਲੀ ਫੂਲਾ ਸਿੰਘ ਨੇ, ਉਦੋਂ ਖਾਲਸੇ ਨੇ ਉਸ ਵੇਲੇ ਕਹਿੰਦੇ ਵਰਦੀ ਨਹੀਂ ਪਾ ਸਕਦੇ ਗੁਰੂ ਕੀ, ਬਾਣਾ ਲਾ ਦਿਓ ਰਾਜ ਕਰਨਾ। ਬਸ ਇਹੀ ਕਰ ਸਕਦੇ ਸੀ ਉਹ, ਬਾਣਾ ਲਾਉਣਾ ਗੁਰੂ ਤੋਂ ਬੇਮੁਖ ਹੋਣਾ। ਉਹਨਾਂ ਨੇ ਬਾਣਾ ਲਾ ਕੇ ਮਿਸਲਾਂ ਵਾਲਿਆਂ ਨੇ ਬਾਣਾ ਲਾ ਦਿੱਤਾ। ਉਹ ਜਦੋਂ ਬਾਣਾ ਲਾਤਾ ਸੀ ਗੁਰੂ ਤੋਂ ਉਦੋਂ ਹੀ ਛੱਡਤਾ ਸੀ। ਅਕਾਲੀ ਫੂਲਾ ਸਿੰਘ ਕੋ ਵਰਦੀ ਹੈ, ਰਣਜੀਤ ਸਿੰਘ ਕੋ ਹੈ ਨਹੀਂ, ਕਿਸੇ ਮਿਸਲਦਾਰ ਤੋਂ ਵਰਦੀ ਨਹੀਂ ਹੈ, ਰਿਕਾਰਡ ਹੈ। ਕਿਉਂ ਨਹੀਂ ਵਰਦੀ, ਕਿਉਂ ਛੱਡੀ ਉਹਨਾਂ ਨੇ? ਜਿਹੜੀ ਵਰਦੀ ਨਾਲ ਰਾਜ ਲਿਆ ਉਹ ਵਰਦੀ ਲਾਉਣ ਨੂੰ ਤਿਆਰ ਹੋ ਗਏ ਰਾਜ ਵਾਸਤੇ। ਉਹ ਕਹਿੰਦਾ ਇਹ ਵਰਦੀ ਨੂੰ ਨਹੀਂ ਰਾਜ, ਹੁਕਮ ਨਹੀਂ ਹੈ ਗੁਰੂ ਦਾ, ਸਿੱਖ ਵਾਸਤੇ ਹੁਕਮ ਨਹੀਂ ਹੈ, ਸਿੱਖੀ ਛੱਡ ਕੇ ਕਰ ਲਓ। ਕਹਿੰਦੇ ਸਿੱਖੀ ਛੱਡ ਦਿੰਦੇ, ਰਾਜ ਜ਼ਰੂਰ ਕਰਨਾ। ਜਿਨ੍ਹਾਂ ਦਾ ਇਹ ਸਲੋਗਨ ਹੈ ਰਾਜ ਕਰੇਗਾ ਖਾਲਸਾ, ਸਿੱਖੀ ਛੱਡੀ ਹੋਈ ਉਹਨਾਂ ਦੀ। ਇਹ ਸਾਬਤ ਕਰਨ ਗੁਰਬਾਣੀ ਚੋਂ ਨਹੀਂ ਛੱਡੀ ਹੋਈ। ਕਿਸੇ ਨੇ ਮੇਰਾ ਮੱਟੇ ਨਹੀਂ ਸਿਆਣਨਾ, ਹੁਣ ਇਹਨਾਂ ਨੂੰ ਸਮਾਂ ਆ ਗਿਆ। ਗੁਰਬਾਣੀ ਕੀ ਕਹਿੰਦੀ ਹੈ, ਇਹਦਾ ਪ੍ਰਚਾਰ ਹੋਊਗਾ, ਇਹ ਰੋਕ ਕੇ ਦਿਖਾ ਦੇਣ। ਜਿਹਨਾਂ ਤੇ ਰੁਕਦਾ ਰੋਕ ਲੈਣ, ਇਹੀ ਪ੍ਰਚਾਰ ਹੋਊਗਾ। ਤੁਹਾਡੀ ਕੀ ਹਾਲਤ ਹੋਊਗੀ ਸਾਹਮਣੇ ਆ ਜਾਣੀ। ਤੁਸੀਂ ਦੋਏ ਹੱਥ ਖੜੇ ਕਰਕੇ ਕਹੋਗੇ ਵੀ ਰੱਬ ਦਾ ਬਾਤ ਅਸੀਂ ਸਿੱਖੀ ਛੱਡੀ, ਅਸੀਂ ਸਿੱਖ ਨਹੀਂ ਹੈਗੇ, ਪਰ ਰਾਜ ਜ਼ਰੂਰ ਕਰਨਾ। ਠੀਕ ਹੈ, ਕਰੋ, ਫਿਰ ਕਰੋ, ਕਰੋ। ਕੌਣ ਕਹਿੰਦਾ ਨਾ ਕਰੋ? ਸਾਰੀ ਦੁਨੀਆ ਹੀ ਹੈ, ਕਰੋ। ਪਰ ਇਹ ਨਹੀਂ ਕਹਿ ਸਕਦੇ ਵੀ ਗੁਰੂ ਕਹਿੰਦਾ ਰਾਜ ਕਰੋ, ਇਹ ਨਹੀਂ ਕਹਿ ਸਕਦੇ। ਸਾਨੂੰ ਗੁਰਮਤਿ ਕਹਿੰਦੀ ਹੈ ਰਾਜ ਕਰਨ ਨੂੰ, ਇਹ ਨਹੀਂ ਕਹਿ ਸਕਦੇ। ਕਹਿੰਦੇ ਗੁਰਮਤਿ ਦੇ ਵਿਰੁੱਧ ਹੋ ਕੇ ਅਸੀਂ ਕਰ ਸਕਦੇ ਹਾਂ। ਸਾਡੀ ਕਮਜ਼ੋਰੀ ਹੈ, ਸਾਡੀ ਕਮਜ਼ੋਰੀ ਹੈ, ਅਸੀਂ ਨਹੀਂ ਜੋ ਹਟ ਸਕਦੇ ਰਾਜ ਤੇ। ਕਰੋ, ਕੋਈ ਗੱਲ ਨਹੀਂ। ਕਮਜ਼ੋਰੀ ਤਾਂ ਸਾਰੀ ਦੁਨੀਆ 'ਚ ਹੈ ਨਾ। ਦੋ ਹੱਥੀ ਨਾ ਰੱਖੋ ਵੀ ਸਿੱਖ ਵੀ ਹੈ ਰਾਜ ਵੀ ਕਰਾਂਗੇ, ਫਿਰ ਸਿੱਖ ਨਹੀਂ। ਅਸਤੀਫਾ ਦੇ ਕੇ ਕਰ ਲਓ। ਗਏ ਨੇ ਉਹ ਜਿਹੜੇ ਛੱਡ ਕੇ 40 ਮੁਕਤੇ ਗੁਰੂ ਨੂੰ ਛੱਡ ਕੇ ਚਲੇ ਗਏ ਸੀ। ਛੱਡ ਕੇ ਕਰੋ, ਕੌਣ ਕਹਿੰਦਾ ਨਾ ਕਰੋ। ਫਿਰ ਵੋਟਾਂ 'ਚੋਂ ਵੀ ਨੋ ਘਟਾ ਲਓ ਤੁਸੀਂ, ਗੁਰਮਤਿ ਦੀਆਂ ਸਿੱਖੀ ਵਾਲੀਆਂ 'ਚੋਂ, ਗੁਰਦੁਆਰੇ 'ਚੋਂ ਸਿੱਖੀ ਵਾਲੀਆਂ ਵੋਟਾਂ 'ਚੋਂ ਨੋ ਘਟਾ ਲਓ ਸਾਰੇ। ਜਿਹੜੇ ਦੇ ਹਮੇ ਨੋ ਵੀ ਘਟਾ ਲਓ ਫਿਰ ਗਾਹਾਂ ਵਾਸਤੇ। ਹਾਂਜੀ, ਅਨਹਤਾ ਸ਼ਬਦ ਇਹਦਾ ਪ੍ਰਚਾਰ ਤਾਂ ਠੀਕ ਹੋਵੇ, ਠੀਕ ਆਦਮੀਆਂ ਕੋ ਪ੍ਰਚਾਰ ਆ ਜਾਵੇ, ਕੋਈ ਮੰਨੇ ਕੋਈ ਨਾ ਮੰਨੇ, ਆਪਣਾ ਪ੍ਰਚਾਰ ਕਰੀ ਜਾਣ। ਵਰਡ ਦੇ ਵਿੱਚ ਪ੍ਰਚਾਰ ਠੀਕ ਆਦਮੀ ਕਰਨ ਇਹਦਾ। ਤੇ ਗੁਰਦੁਆਰੇ ਨਾ ਜਾਓ, ਚੜਾਵਾ ਨਾ ਚੜਾਓ, ਸਾਨੂੰ ਕੋਈ ਲੋੜ ਨਹੀਂ ਹੈ। ਚੜਾਵੇ ਦੀ ਲੋੜ ਨਹੀਂ ਹੈ ਕਿਸੇ ਨੂੰ, ਐਸੇ ਪੈਸੇ ਦੀ ਲੋੜ ਨਹੀਂ ਜਿਹੜਾ ਮੱਤ ਮਾਰ ਦੇਵੇ, ਐਸੀ ਮਾਇਆ ਦੀ ਲੋੜ ਨਹੀਂ ਜਿਹੜੀ ਮੱਤ ਮਾਰ ਦੇਵੇ। ਮੱਤ ਮਾਰੀ ਗਈ ਤੁਹਾਡੀ ਮਾਇਆ ਨਾਲ ਤਾਂ ਸਾਰਿਆਂ ਦੀ। ਐਸੇ ਸੰਖੇ ਦੀ ਲੋੜ ਨਹੀਂ ਜਿਹੜਾ ਖਾ ਜਾਵੇ ਸਾਨੂੰ ਹੱਡਾਂ ਦੇ ਵਿੱਚ ਰਾਜੇ, ਤਾਂ ਸੰਖੇ ਸਾਰਾ ਇਹ ਲੋੜ ਨਹੀਂ ਹੈ। ਸਿੱਖੀ ਦੀ ਲੋੜ ਹੈ ਸੰਸਾਰ ਨੂੰ, ਸੰਖੇ ਦੀ ਲੋੜ ਨਹੀਂ ਹੈ, ਜ਼ਹਿਰ ਦੀ ਲੋੜ ਨਹੀਂ ਹੈ। ਅਨਹਤਾ ਸ਼ਬਦ ਵਾ ਜੰਤ ਜੀਵਨ ਦਾਨ ਦੀ ਸੰਜੀਵਨੀ ਬੂਟੀ ਦੀ ਲੋੜ ਹੈ। ਗੁਰਮਤਿ ਸੰਜੀਵਨੀ ਬੂਟੀ ਹੈ, ਅੰਮ੍ਰਿਤ ਹੈ, ਇਹਦੀ ਲੋੜ ਹੈ। ਤੁਸੀਂ ਜ਼ਹਿਰ ਦੇ ਰਹੇ ਹੋ ਦੁਨੀਆ ਨੂੰ, ਜ਼ਹਿਰ ਕਾਹ ਦੇ ਰਹੇ ਹੋ ਗੁਰਦੁਆਰਿਆਂ 'ਚ। ਹਾਂਜੀ, ਅਨਹਤਾ ਸ਼ਬਦ ਵਾ ਜੰਤ ਭੇਰੀ। ਅਨਹਤਾ ਸ਼ਬਦ ਵਾ ਜੰਤ ਭੇਰੀ। ਅਨਹਤਾ ਸ਼ਬਦ, ਸ਼ਬਦ ਹੁੰਦਾ ਹੀ ਅਨਹਤਾ ਹੈ। ਸ਼ਬਦ ਨੂੰ ਕੋਈ ਹੱਤਿਆ ਨਹੀਂ ਕਰ ਸਕਦਾ, ਇਹਨੂੰ ਕੋਈ ਰੋਕ ਨਹੀਂ ਸਕਦਾ, ਇਹਨੂੰ ਕੋਈ ਝੂਠਾ ਸਾਬਤ ਨਹੀਂ ਕਰ ਸਕਦਾ। ਹਮੇਸ਼ਾ ਸੱਚ ਨੂੰ ਕੌਣ ਹੱਤਿਆ ਕਰ ਦੂ ਸ਼ਬਦ? ਇਹ ਅਮਰ ਹੈ ਸ਼ਬਦ। ਅਨਹਤਾ ਹੁੰਦਾ ਅਮਰ। ਵਾਜੰਤ ਭੇਰੀ, ਵਾਜੰਤ ਭੇਰੀ, ਭੇਰੀ ਲਗਾਤਾਰ ਵੱਜਦਾ ਜਿਹੜਾ, ਇਹੀ ਭੇਰੀ ਹੈ। ਰਹਾਉ ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ। ਸੁਣਦਾ ਉਹਦੇ ਵਾਸਤੇ ਭੇਰੀ ਹੈ, ਜਿਹਨੂੰ ਸੁਣਦਾ ਉਹ ਭੇਰੀ ਕਹਿੰਦਾ ਨਾ। ਲਗਾਤਾਰ ਵੱਜਦਾ ਹੈ ਅਨਹਤ ਸ਼ਬਦ। ਰਹਾਉ ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ। ਇਹ ਨਾ ਕਹੇ ਕੋਈ ਵੀ ਜੇ ਉਹਦੀ ਅਕਾਲ ਮੂਰਤ ਹੈ ਉਹਦੀ ਨੈਣ ਨਹੀਂ ਹਨ। ਅਕਾਲ ਮੂਰਤ ਹੈ ਨਾ, ਤੇਰੇ ਨਾਲ ਕਿੰਨੇ ਨੇ ਅੱਖਾਂ ਕਿੰਨੀਆਂ ਨੇ? ਸਹਿਜ ਤਬ ਨੈਣ, ਸਹਿਜ ਤਾਂ ਕਹਿਤਾ। ਸੱਚਖੰਡ ਕਿੰਨੀਆਂ ਅੱਖਾਂ ਨੇ, ਕਿੰਨੇ ਬੰਦੇ ਬੈਠੇ ਨੇ? ਇੱਥੇ ਨੂੰ ਵੱਧ ਹੀ ਜ਼ਿਆਦਾ, ਸਾਰਿਆਂ ਦੀ ਅੱਖ ਹੈ ਤੇ
ਕੋਈ ਐਦਾਂ ਗੱਲ ਨਹੀਂ ਕਹੀ ਹੋਈ। ਇਹ ਸੱਚਖੰਡ ਵਾਲੇ ਸਾਰਿਆਂ ਦੀ ਅੱਖ ਇਹਦੇ ਤੇ, ਸਾਰਿਆਂ ਦੇ ਧਿਆਨ 'ਚ ਰਹੇ ਜੋ ਕੁਝ ਹੋ ਰਿਹਾ ਉਹਨਾਂ ਨੇ ਪੈਦਾ ਕੀਤੇ ਨੇ। ਕਿੰਨੀਆਂ ਅੱਖਾਂ ਹੋਈਆਂ ਫਿਰ? ਹੁਕਮ ਦੀਆਂ ਅੱਖਾਂ ਕਿੰਨੀਆਂ ਨੇ? ਹੁਕਮ ਦੇ ਪਿੱਛੇ ਕਿੰਨੀਆਂ ਅੱਖਾਂ ਨੇ? ਪਾਰਲੀਮੈਂਟ ਨੇ ਸਰਬਸੰਮਤੀ ਨਾਲ ਕੋਈ ਗੱਲ ਪਾਸ ਕੀਤੀ ਹੈ, ਉਹਦੇ ਸਾਰੀ ਸਰਬਸੰਮਤੀ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਨਾ। ਸਾਰੀ ਪਾਰਲੀਮੈਂਟ ਦੀ ਜਿੰਨੀ ਗਿਣਦੀ ਆ ਉਹਦੀਆਂ ਅੱਖਾਂ ਸਾਰੇ ਕੰਮ ਕਰਦੀਆਂ ਨੇ ਨਾ ਉਹਦੇ ਪਿੱਛੇ। ਹੁਕਮ ਦੇ ਪਿੱਛੇ ਸਾਰੇ ਸੱਚਖੰਡ ਦੀਆਂ ਅੱਖਾਂ ਕੰਮ ਕਰਦੀਆਂ ਨੇ। ਗੁਰੂ ਨਾਨਕ ਦੀਆਂ ਅੱਖਾਂ ਵੀ ਵਿੱਚ ਨੇ, ਭਗਤ ਕਬੀਰ ਦੀਆਂ ਵੀ, ਰਵਿਦਾਸ ਦੀਆਂ ਵੀ, ਉਹ ਤੋਂ ਪਹਿਲਿਆਂ ਦੇ ਵੀ, ਜਿਹੜੇ ਆਏ ਨਹੀਂ ਉਹਨਾਂ ਦੀਆਂ ਵੀ, ਜਿਹੜੇ ਜਾਗ ਚਲੇ ਗਏ ਉਹਨਾਂ ਦੀਆਂ ਵੀ। ਉਹ ਸਾਰੀਆਂ ਅੱਖਾਂ ਇੱਥੇ ਸਾਡੇ ਉੱਤੇ ਨੇ। ਅੱਖ ਇਹ ਨਾ ਕਹੇ ਕੋਈ ਮੈਨੂੰ ਦੇਖਦਾ ਨਹੀਂ ਹੈਗਾ। ਸਾਰੇ ਦੇਖਦੇ ਨੇ। ਇਹ ਨਾ ਸਮਝ ਲੈਣ ਵੀ ਗੁਰੂ ਕਿਤੇ ਚਲੇ ਗਏ, ਜਿਨ੍ਹਾਂ ਨੂੰ ਗੁਰੂ ਅਸੀਂ ਭਗਤ ਕਿਤੇ ਚਲੇ ਜਾਂਦੇ ਨੇ। ਕੌਣ ਕਹੇ ਸਤਿਗੁਰ ਮੋਇਓ? ਪਟ ਕਹਿੰਦਾ, ਕੌਣ ਕਹਿੰਦਾ ਸਤਿਗੁਰ ਮਰ ਜਾਂਦਾ ਹੁੰਦਾ? ਸਤਿਗੁਰ ਕੋਈ ਨਹੀਂ ਕਿਤੇ ਗਿਆ ਹੋਇਆ। ਸਾਰਿਆਂ ਤੇ, ਸਾਰੇ ਸਿੱਖਾਂ ਤੇ ਅੱਖਾਂ ਇਹਨਾਂ ਤੇ, ਉਹਨਾਂ ਦੀ ਦੇਖਦੇ ਨੇ ਕੀ ਕਰਦੇ ਨੇ ਲੱਛਣ। ਇਹ ਲੱਛਣ ਸਾਰੇ ਦੇਖਦੇ ਨੇ। ਉਹ ਰਾਮਦਾਸ ਵੀ ਦੇਖਦਾ ਲੱਛਣ ਇਹਨਾਂ ਦੇ, ਵੀ ਜੋ ਅਸੀਂ ਕਿਹਾ ਸੀ ਉਹੀ ਕਰਦੇ ਨੇ, ਕੁਝ ਹੋਰ ਕਰਦੇ ਨੇ। ਕੀ ਜਵਾਬ, ਕੀ ਮੂੰਹ ਲੈ ਕੇ ਜਾਣਗੇ? ਮੂੰਹ ਕੀ ਲੈ ਕੇ ਜਾਣਗੇ ਗਾਹਾਂ? ਇਹ ਕਹਿੰਦੇ ਹੁਣ ਨੇ ਵੀ ਅਸੀਂ ਅਰਦਾਸ ਕਰਦੇ ਹਾਂ ਬੜੀ ਲੰਬੀ ਲੰਬੀ, ਖਾਲੀ ਕਿੰਨੇ ਖੁਸ਼ ਹੋਣਗੇ ਲੱਗ ਜੂ ਪਤਾ। ਕਬੀਰ ਕਹਿੰਦਾ ਜਾਂ ਪੜ ਜਾਂ ਪਾਜ ਖੁੱਲੂ ਲੱਗ ਜੂਗਾ ਪਤਾ। ਬਾਹਮਣ ਨੂੰ ਕਹਿੰਦਾ ਸੀ ਇਹ ਵੀ ਬਾਹਮਣੇ ਨੇ। ਤਬ ਜਾਣੋਗੇ ਜਦ ਉਕੜੋਗੇ ਪਾਜ, ਜਾਣੋਗੇ ਜਦ ਜਾ ਇਹਨਾਂ ਦਾ ਪਾਜ ਉਕੜੂਗਾ। ਹਾਂਜੀ, ਨਲ ਨੈਣ ਹੈ ਤੋਹੇ ਕੋ। ਤੇਰੇ ਅਸਲ ਵਿੱਚ ਜੇ ਦੇਖੀਏ ਅੱਖ ਕੋਈ ਵੀ ਨਹੀਂ ਇਹੋ ਜਿਹੀ, ਅੱਖ ਕੋਈ ਵੀ ਨਹੀਂ ਜਾਈਏ ਸੰਸਾਰ ਦੀਆਂ ਅੱਖਾਂ ਨੇ। ਨਿਰਾਕਾਰ ਦੀ ਅੱਖ ਹੈ ਨਾ ਉਹ ਨਿਰਾਕਾਰ ਦੀ ਅੱਖ ਹੈ। ਨੈਣ ਹੈ ਤੋਹੇ ਕੋ। ਸੰਸਾਰ ਦੇ ਨੈਣਾ ਵਰਗੇ ਨੈਣ ਨਹੀਂ ਹੈ ਜਿਹਨੂੰ ਅਸੀਂ ਨੈਣ ਕਹਿੰਦੇ। ਅਸੀਂ ਵੀ ਨੈਣੇ ਕਹਿੰਦੇ ਅੱਖਾਂ ਨੂੰ। ਇਹ ਜਿਹੇ ਅੱਖ ਨਹੀਂ। ਸਹਿਸ ਮੂਰਤ ਨਨਾ ਏਕ ਤੋਹੀ। ਦਰਖਤ ਵੀ ਦੇਖਦੇ ਨੇ, ਸਾਰੇ ਦੇਖਦੇ ਆ ਦਰਖਤ। ਫਸਲ ਵੀ ਦੇਖਦੀ ਹੈ। ਕਿਹੜੀ ਅੱਖ ਹੈ ਉਹਦੇ ਕੋਲ? ਲੱਭ ਕੇ ਦਿਖਾਓ ਕਿੱਥੇ ਅੱਖ ਉਹਨੂੰ। ਹਾਂ, ਨਨ ਸਹਿਸ ਮੂਰਤ ਨਨਾ ਏਕ ਤੋਹੀ। ਸੈਂਕੜੇ ਮੂਰਤਾਂ ਨੇ ਤੇਰੀਆਂ, ਹਜ਼ਾਰਾਂ ਹੀ ਮੂਰਤਾਂ ਨੇ ਤੇਰੀਆਂ, ਨਨਾ ਏਕ ਤੋਹੀ। ਪਰ ਕੋਈ ਤੇਰੀ ਮੂਰਤ ਕੋਈ ਵੀ ਨਹੀਂ ਹੈ। ਤੇਰੀ ਮੂਰਤ ਨਹੀਂ ਹੁੰਦੀ। ਆ ਜਿਹੜੀਆਂ ਮੂਰਤਾਂ ਤੈਂ ਬਣਾਈਆਂ ਨੇ ਨਾ, ਇਹ ਨਾਸਵੰਤ ਮੂਰਤਾਂ ਨੇ। ਜਿਹਨੇ ਸਾਡੇ ਖਿਆਲ ਨੇ, ਦੇਖੋ ਜਿਹਨੇ ਸਾਡੇ ਮਰਜ਼ੀ ਹੈ, ਇਹ ਮੂਰਤ ਹੈ ਉਹਦੀ। ਸਰੀਰ ਮੂਰਤ ਨਹੀਂ ਹੁੰਦਾ। ਸਰੀਰ ਮੂਰਤ ਨਹੀਂ, ਸਰੀਰ ਰੂਪ ਹੈ, ਇਹਨੂੰ ਮੂਰਤ ਨਹੀਂ ਕਿਹਾ ਹੈ। ਨਿਰਾਕਾਰ ਦੀ ਮੂਰਤ ਸ਼ਬਦ ਹੁੰਦਾ। ਜੋ ਸ਼ਬਦ ਆ ਉਹੀ ਉਹਦੀ ਮੂਰਤ ਹੈ। ਜੋ ਸਾਡੀ ਮਰਜ਼ੀ ਹੈ, ਸਾਡੇ ਅੰਦਰੋਂ ਇੱਛਾ ਪੈਦਾ ਹੁੰਦੀ, ਉਹੀ ਮੂਰਤ ਹੈ। ਮਨ ਮੂਰਤ ਹੈ ਉਹਦੀ, ਝੂਠੀ ਮੂਰਤ ਹੈ, ਪਰ ਕੁਪਾਤੀ ਜਨਮ ਹੋਇਆ ਹੈ। ਜਿੰਨੀਆਂ ਵੀ ਇੱਛਾਵਾਂ ਨੇ ਸੰਸਾਰ ਦੀਆਂ, ਇਹ ਉਹਦੀਆਂ ਮੂਰਤਾਂ ਨੇ। ਪਰ ਉਹਦੀ ਇੱਕ ਵੀ ਨਹੀਂ ਹੈ।